ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ SP ਸਿੰਘ। ਜਿਸ ਵੇਲੇ ਹੱਡ ਚੀਰਵੀਂ ਠੰਡ ਵਿੱਚ ਸਿੰਘੂ ਟੀਕਰੀ ਬਾਰਡਰ ਤੇ ਕਿਸਾਨ ਡਟੇ ਹੋਣ, ਅਸੀਂ ਸਵਾਲ ਪੁੱਛ ਰਹੇ ਹੋਈਏ ਕਿ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਲਵੇਗੀ ਕਿ ਨਹੀਂ, ਜਾਂ ਇਉਂ ਕਹਿ ਲਓ ਜਿਸ ਵੇਲੇ ਅਮਰੀਕਾ ਦੀ ਰਾਜਧਾਨੀ ਵਿੱਚ ਫੌਜ ਲੱਗੀ ਹੋਵੇ ਤੇ ਖਤਰਾ ਇਹ ਹੋਵੇ ਕਿ ਕੋਈ ਹਥਿਆਰਬੰਦ ਰਾਜ ਪਲਟਾ ਕਰਨ ਵਾਲੀ ਭੀੜ ਨਾ ਆ ਜਾਵੇ। ਅਸੀਂ ਸਵਾਲ ਪੁੱਛ ਰਹੇ ਹੋਈਏ ਕਿ ਨਵਾਂ ਰਾਸ਼ਟਰਪਤੀ ਅਮਨ ਅਮਾਨ ਨਾਲ ਸਹੁੰ ਚੁੱਕ ਲਵੇਗਾ ਤੇ ਪੁਰਾਣੇ ਨੂੰ ਉਹਦੇ ਕੀਤੇ ਦੀ ਕੋਈ ਸਜ਼ਾ ਮਿਲੇਗੀ ਕਿ ਨਹੀਂ। ਤਾਂ ਅਸੀਂ ਅਸਲ ਵਿੱਚ ਕੁਝ ਵੱਡੇ ਸਵਾਲ ਪੁੱਛ ਰਹੇ ਹੁੰਦੇ ਆ। ਪੁੱਛਦੇ ਅਸੀਂ ਇਹ ਹਾਂ ਕਿ ਖੇਤੀ ਬਿੱਲ ਵਾਪਸ ਹੋਣਗੇ ਕਿ ਨਹੀਂ। ਵੱਡਾ ਸਵਾਲ ਅਸਲ ਵਿੱਚ ਇਹ ਪੁੱਛ ਰਹੇ ਹੁੰਦੇ ਆ ਕਿ ਦੇਸ਼ ਵਿੱਚ ਲੋਕਤੰਤਰ ਦਾ ਕੀ ਹਾਲ ਹੈ, ਇਹਦੇ ਅਦਾਰਿਆਂ ਦਾ, ਇੰਸਟੀਟਿਊਸ਼ਨਸ ਦਾ ਕੀ ਹਾਲ ਹੈ, ਲੋਕਾਂ ਦੀ ਆਵਾਜ਼ ਦਾ ਮੁੱਲ ਕੀ ਹੈ, ਸਾਡੀ ਸੰਘਰਸ਼ੀ ਵਿਰਾਸਤ ਦੇ ਅਸੀਂ ਹੱਕੀ ਮਾਲਿਕ ਹਾਂ ਕਿ ਨਹੀਂ, ਰਿਆਸਤ ਦਾ ਆਪਣਾ ਖਾਸਾ ਕਿਹੋ ਜਿਹਾ, ਹਕੂਮਤ ਦੀ ਨੇਚਰ ਕਿਸ ਤਰ੍ਹਾਂ ਦੀ ਹੈ, ਲੋਕਾਂ ਦਾ ਤੇ ਰਿਆਸਤ ਦਾ ਰਿਸ਼ਤਾ ਕਿਹੋ ਜਿਹਾ ਹੈ, ਸੱਤਾ ਕਿੱਥੇ ਰਹਿੰਦੀ ਹੈ, ਕਿਤੇ ਠੰਡ ਵਿੱਚ ਇਹਦਾ ਪਤਾ ਤਾਂ ਨਹੀਂ ਬਦਲ ਗਿਆ, ਇਹ ਕਿਸੇ ਮਲਕ ਭਾਗੋ ਦੇ ਘਰ ਤਾਂ ਨਹੀਂ ਚਲੀ ਗਈ। ਤੇ ਹੁਣ ਤਾਂ ਭਾਈ ਕਿਸਾਨਾਂ ਨੇ ਪਤਾ ਕਰ ਲਿਆ ਕਿ ਮਲਕ ਭਾਗੋ ਹੀ ਆਪ ਕਿਸੇ ਹੋਰ ਦਾ ਗੁਲਾਮ ਹੋ ਗਿਆ। ਵੱਡੇ ਸਵਾਲ ਹਨ, ਇਸ ਲਈ ਵੱਡੇ ਵਿਦਵਾਨ ਨੂੰ ਮਧੂ ਕੀਤਾ ਹੈ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਪ੍ਰਮੋਦ ਕੁਮਾਰ ਜੀ। ਡਾਕਟਰ ਪ੍ਰਮੋਦ ਕੁਮਾਰ, ਮੈਂ ਡੈਜ਼ਿਗਨੇਸ਼ਨ ਦੱਸ ਸਕਦਾ ਹਾਂ, ਇਹ ਇੰਸਟੀਚਿਊਟ ਆਫ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨਸ ਦੇ ਸਰਵਾ ਨੇ। ਇਹ ਬੜਾ ਵੱਡਾ ਥਿੰਕ ਟੈਂਕ ਹੈ ਨਾਰਦਰਨ ਇੰਡੀਆ ਦੇ ਵਿੱਚ। ਖਿਆਲ ਸਾਜ਼ੀ ਲਈ, ਸਮਝ ਸਾਜ਼ੀ ਲਈ, ਨੌਲੇਜ ਪ੍ਰੋਡਕਸ਼ਨ ਲਈ ਜਾਣਿਆ ਜਾਂਦਾ ਹੈ, ਪਰ ਹੋਰ ਪਹਿਚਾਨਾਂ ਹੁੰਦੀਆਂ ਨੇ। ਇਸ ਕਿਸਮ ਦੇ ਅੰਦੋਲਨਾਂ ਦੀ ਅਸਲੀਅਤ ਨੂੰ ਸਮਝਣਾ, ਉਹਦੇ ਖਾਸੇ ਨੂੰ ਸਮਝਣਾ, ਹਕੂਮਤਾਂ ਦੇ ਕੰਮ ਕਰਨ ਦੀਆਂ ਢੰਗਾਂ ਨੂੰ, ਉਹਨਾਂ ਢੰਗਾਂ ਦੀਆਂ ਪਰਤਾਂ ਨੂੰ ਸਮਝਣਾ, ਇਸ ਸਭ ਦੇ ਨਾਲ ਇਹਨਾਂ ਨੇ ਜੀਵਨ ਭਰ ਸਾਥ ਨਿਭਾਇਆ। तो प्रोफैसर प्रमोद कुमार जी, what explains first of all this mass agitation? ਇਹ ਜਿਹੜਾ ਇੰਨਾ ਵੱਡਾ ਹਜੂਮੀ ਅੰਦੋਲਨ ਹੈ, ਪਹਿਲਾਂ ਤਾਂ ਇਸ ਨੂੰ ਐਕਸਪਲੇਨ ਕਰੋ, ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ। ਮੈਂ ਇੰਨਾ ਸਾਦਾ ਤੇ ਇੰਨਾ ਕੰਪਲੈਕਸ ਸਵਾਲ ਪੁੱਛ ਰਿਹਾ ਤਾਂ ਕਿ ਤੁਸੀਂ ਇੱਕ ਜ਼ਮੀਨ ਨਿਰਧਾਰਿਤ ਕਰ ਦਿਓ ਜਿਹਦੇ 'ਚ ਫਿਰ ਆਪਾਂ ਅੱਗੇ ਗੱਲਬਾਤ ਕਰੀਏ। ਦੇਖੋ, ਇਹ ਜਿਹੜਾ ਅੰਦੋਲਨ ਹੈ, ਮੈਂ ਪਹਿਲੇ ਵੀ ਕਈ ਜਗ੍ਹਾ 'ਤੇ ਕਿਹਾ ਹੈ ਕਿ ਇਹ ਕਾਫੀ ਪਹਿਲੇ ਆ ਜਾਣਾ ਚਾਹੀਦਾ ਸੀ। ਇਹ ਲੇਟ ਆਇਆ और आया ठीक है। और 1986 ਦੇ ਆਸ-ਪਾਸ ਜਦੋਂ ਟਰਮਸ ਆਫ ਟ੍ਰੇਡ ਐਗਰੀਕਲਚਰ ਦੀ, ਉਸ ਤੋਂ ਪਹਿਲੇ ਵੀ ਐਗਰੀਕਲਚਰ ਦੇ ਹੱਕ 'ਚ ਨਹੀਂ ਰਹੀਆਂ ਸੀ, ਔਰ ਤੁਹਾਨੂੰ ਯਾਦ ਹੋਣਾ ਉਦੋਂ ਵੀ ਅਸੀਂ ਡਿਬੇਟ ਕਰਿਆ ਕਰਦੇ ਸੀ ਕਿ ਡਾਇਵਰਸੀਫਿਕੇਸ਼ਨ ਐਗਰੀਕਲਚਰ 'ਚ ਹੋਣੀ ਚਾਹੀਦੀ ਹੈ, ਕਿਸਾਨਾਂ ਦੀ ਇਨਕਮ ਦੀ ਗੱਲ ਹੋਣੀ ਚਾਹੀਦੀ ਹੈ, ਫੂਡ ਸਿਕਿਉਰਿਟੀ ਦੇ ਮੁੱਦੇ 'ਤੇ ਅਸੀਂ ਕੀ ਗੱਲ ਕਰਾਂਗੇ। ਇਹ ਸਾਰੇ ਵਿਚਾਰ ਉਦੋਂ ਹੋਇਆ ਕਰਦੇ ਸੀ। ਪੁਰਾਣਾ ਵਕਤ ਲੱਗਦਾ, ਦੋਹਾ, ਡੰਕਲ, ਯੂਰੂਗਵੇ ਦੀਆਂ ਅਸੀਂ ਗੱਲਾਂ ਕਰਦੇ ਸੀ ਉਦੋਂ। ਬਿਲਕੁਲ ਕਰਦੇ ਸੀ। ਔਰ ਤੁਹਾਨੂੰ ਯਾਦ ਹੋਏਗਾ ਯੂਰੂਗਵੇ ਰਾਊਂਡ 1 'ਚ USA ਐਗਰੀਕਲਚਰ ਸੈਕਟਰੀ ਆਫ ਸਟੇਟ ਜੌਨ ਬਲੈਕ ਉਹ ਕਹਿੰਦੇ ਸੀ ਕਿ ਤੁਸੀਂ ਡਾਇਵਰਸੀਫਾਈ ਕਰ ਲਓ ਤੇ ਤੁਸੀਂ ਫੂਡ ਗ੍ਰੇਨ ਦੀ ਬਜਾਏ ਤੁਸੀਂ ਕਮਰਸ਼ੀਅਲ ਕ੍ਰੌਪਸ ਉਗਾਇਆ ਕਰੋ। ਔਰ ਉਸੇ 6 ਮਹੀਨੇ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਜੋਹਲ ਕਮੇਟੀ ਰਿਪੋਰਟ ਆ ਗਈ ਸੀ, ਸਾਡੇ ਬਲੈਕ ਸਾਹਿਬ ਡਾਇਵਰਸੀਫਿਕੇਸ਼ਨ ਦੀ ਰਿਪੋਰਟ ਆ ਗਈ ਸੀ ਜੀ। ਸੋ ਕ੍ਰਾਈਸਿਸ ਤਾਂ ਉਸ ਵੇਲੇ ਵੀ ਚੱਲ ਰਿਹਾ ਸੀ। ਤੇ ਮੈਨੂੰ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪੈਰਾਡਾਈਮ ਸ਼ਿਫਟ ਹੋਣਾ ਸੀ, ਉਹਦੇ ਬਾਰੇ ਕੋਈ ਵਿਚਾਰ ਜਾਂ ਚਰਚਾ ਜਾਂ ਸੀਰੀਅਸ ਲੈਵਲ ਪਾਲਿਸੀ ਤੇ ਜਾਂ ਅਦਰਵਾਈਜ਼ ਇੰਟਰਵੈਂਸ਼ਨ ਤੇ ਉਹ ਅਸੀਂ ਡਿਲੇ ਕਰਦੇ ਰਹੇ। ਤੇ ਅੱਜ ਜਦੋਂ ਇਹ ਅੰਦੋਲਨ ਆਇਆ ਤੇ ਮੈਨੂੰ ਲੱਗਦਾ ਵੀ ਇਹਨੇ ਕਈ ਮੁੱਦੇ ਜਿਹੜੇ ਬੜੇ ਸੀਰੀਅਸ ਲੈਵਲ ਦੇ ਮੁੱਦੇ ਸਾਡੇ ਅੱਗੇ ਰੱਖੇ ਨੇ। ਹੁਣ ਜਿਵੇਂ 3 ਤਰ੍ਹਾਂ ਦੇ ਮੁੱਦੇ ਮੈਂ ਸਮਝਦਾ ਇਹ ਅੰਦੋਲਨ ਅੱਗੇ ਲੈ ਕੇ ਆਇਆ ਸਾਡੇ ਤੇ। ਪਹਿਲਾ ਮੁੱਦਾ ਜਿਹੜਾ ਮੈਨੂੰ ਬਹੁਤ ਸੀਰੀਅਸ ਲੱਗਦਾ ਹੈ ਕਿ ਦੇਸ਼ 'ਚ ਫੂਡ ਸਿਕਿਉਰਿਟੀ, ਔਰ ਫੂਡ ਸਿਕਿਉਰਿਟੀ ਨਾਲ ਜੁੜਿਆ ਹੋਇਆ ਮੁੱਦਾ ਇਨਕਮ ਰੀਡਿਸਟ੍ਰੀਬਿਊਸ਼ਨ ਦਾ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਸਾਡੇ ਗੋਦਾਮ ਭਰੇ ਹੋਏ ਨੇ, ਸਾਡੇ ਗੋਦਾਮ ਭਰੇ ਹੋਏ ਨੇ ਤੇ ਅਸੀਂ ਇਸ ਕਰਕੇ ਅਸੀਂ ਫਸਲਾਂ ਕਿਉਂ ਪ੍ਰੋਕਿਉਰ ਕਰੀਏ, ਅਸੀਂ ਨਵੀਂ ਫਸਲ ਕਿਉਂ ਲਗਾਈਏ। ਵੀ ਗੋਦਾਮ ਭਰਨੇ ਸੀ, ਉਹ ਵੀ ਸੁਣਦੇ ਆ ਕਿ ਲੋਕ ਭੁੱਖੇ ਨੇ, ਹੰਗਰ ਇੰਡੈਕਸ ਜਿਹੜਾ ਉਹ ਲਗਾਤਾਰ ਉਸ ਤਰ੍ਹਾਂ ਦਾ ਆ ਰਿਹਾ। ਉਹ ਜਦੋਂ ਅਸੀਂ ਇੱਕ ਪਾਸੇ ਹੰਗਰ ਇੰਡੈਕਸ ਉੱਪਰ ਹੈ, ਇੱਕ ਪਾਸੇ ਸਾਡੇ ਗੋਦਾਮ ਭਰੇ ਹੋਏ ਨੇ, ਇੱਕ ਬੜਾ ਵੱਡਾ ਸੀਰੀਅਸ ਮਸਲੇ ਵੱਲ ਇਸ਼ਾਰਾ ਕਰਦਾ ਕਿ ਸਾਡੇ ਇੱਥੇ ਲੋਕਾਂ ਦੇ ਕੋਲ ਪਰਚੇਜ਼ਿੰਗ ਕਪੈਸਿਟੀ ਨਹੀਂ ਕਿ ਫੂਡ ਖਰੀਦ ਸਕਣ। ਇਹਦਾ ਮਤਲਬ ਕੀ ਹੈ ਕਿ ਜਦ ਤੱਕ ਲੋਕ ਤੇ ਇਹਦੇ 'ਚ ਮਤਲਬ ਇਹ ਹੈ ਵੀ ਸੇਫਟੀ ਨੈਟ ਹੋਣਾ ਚਾਹੀਦਾ ਕਿ ਚਲੋ ਜਦ ਤੱਕ ਨਹੀਂ ਖਰੀਦ ਸਕਦੇ ਤੇ ਸਰਕਾਰ ਫੂਡ ਸਿਕਿਉਰਿਟੀ ਉਹਨਾਂ ਨੂੰ ਦਵੇ। ਤੇ ਇਸ ਵੇਲੇ 70% ਤੱਕ ਲੋਕਾਂ ਨੂੰ ਫੂਡ ਮਿਲਦਾ ਹੈ ਇਸ ਦੇ ਵਿੱਚ, ਔਰ ਹੋਰ ਜ਼ਿਆਦਾ ਨੂੰ ਵੀ ਮਿਲਣਾ ਚਾਹੀਦਾ ਜੇ ਲੋੜ ਹੋਵੇ ਤੇ। ਵੈਸੇ ਦੈਟਸ ਅ ਡੇਂਜਰਸ ਫਿਗਰ। 30% ਦੇਸ਼ ਦੇ ਲੋਕ 2 ਵਕਤ ਦੀ ਰੋਟੀ ਤੋਂ ਬਿਨਾਂ ਸੌਂਦੇ ਨੇ। ਔਰ ਇਹਦੇ ਨਾਲ ਦੂਜਾ ਮੁੱਦਾ ਉਸ ਵੇਲੇ ਉੱਭਰ ਕੇ ਅੱਗੇ ਆਇਆ ਸੀਗਾ ਨੈਸ਼ਨਲ ਸਿਕਿਉਰਿਟੀ ਦਾ ਤੇ ਨੈਸ਼ਨਲ ਸੋਵਰੇਨਿਟੀ ਦਾ। ਮੁੱਦਾ ਇਹ ਸੀ ਕਿ PL 480 ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਮਰੀਕਾ ਤੋਂ ਅਸੀਂ ਕਣਕ ਮੰਗਾਉਂਦੇ ਸੀ, ਉਦੋਂ ਮੁੱਦਾ ਇਹ ਆਇਆ ਕਿ ਅਸੀਂ ਸੈਲਫ ਰਿਲਾਇੰਟ ਹੋਣੇ ਚਾਹੀਦੇ ਹਾਂ ਤੇ ਅਸੀਂ ਆਪਣੀ ਫਸਲਾਂ, ਆਪਣੀ ਕਣਕ ਖੁਦ ਉਗਾਈਏ। ਗ੍ਰੀਨ ਰੈਵੋਲੂਸ਼ਨ ਆਇਆ।
ਅਸੀਂ ਉਹਦੇ ਰਾਹੀਂ ਅਸੀਂ ਆਪਣੀ ਫਸਲ ਫੂਡ ਉਗਾਉਣ ਲੱਗ ਗਏ ਆ। ਇਹਦਾ ਮਤਲਬ ਇਹ ਸੀ ਕਿ ਜੇ ਮੈਂ ਇਕਨੋਮਿਕਸ ਦੀ ਟਰਮ 'ਚ ਕਵਾਂ, ਕਿਉਂਕਿ ਮੇਰੇ ਹਿਸਾਬ ਸਿਰ ਫੂਡ ਪੋਲਿਟਿਕਸ ਹੈ, ਫੂਡ ਇਕਨੋਮਿਕਸ ਨਹੀਂ ਹੁੰਦਾ, ਪਰ ਫਿਰ ਵੀ ਮੈਂ ਥੋੜ੍ਹਾ ਜਿਹਾ ਡਾਇਵਰਸ਼ਨ ਲੈ ਕੇ ਇਹ ਕਹਿ ਦਿੰਦਾ ਕਿ ਜਿਹੜਾ ਉਸ ਵੇਲੇ ਅਸੀਂ ਫੂਡ ਅਸੀਂ ਆਪ ਉਗਾਉਣ ਲੱਗ ਗਏ, ਉਹਦਾ ਪਰਪਸ ਇਹ ਸੀ ਵੀ ਅਸੀਂ ਦੂਜੀਆਂ ਪਾਵਰਸ 'ਤੇ ਡਿਪੈਂਡ ਨਾ ਕਰੀਏ, ਉਹ ਸਾਨੂੰ ਹੋਰ ਮਸਲਿਆਂ ਲਈ ਸਾਡੇ 'ਤੇ ਡੋਮੀਨੇਟ ਨਾ ਕਰ ਸਕਣ। ਔਰ ਮੈਨੂੰ ਯਾਦ ਆਉਂਦਾ ਕਿ ਇੱਕ ਅਮਰੀਕਨ ਸਾਇੰਟਿਸਟ ਨੇ, ਪੋਲੀਟੀਕਲ ਸਾਇੰਟਿਸਟ ਨੇ ਇਹ ਕਿਹਾ ਸੀ ਕਿ ਫੂਡ ਇਜ਼ ਅ ਪਾਵਰਫੁਲ ਟੂਲ ਇਨ ਆਵਰ ਡਿਪਲੋਮੈਟਿਕ ਕਿਟੀ। ਸਬ ਵੈਪਨ ਹਥਿਆਰ ਹੈ। ਜੇ ਜਿਹਦੇ ਕੋਲ ਫੂਡ ਘੱਟ ਹੈ, ਅਸੀਂ ਉਹਦੇ ਤੋਂ ਕਈ ਗੱਲਾਂ ਹੋਰ ਮਨਵਾ ਸਕਦੇ ਹਾਂ। ਬਿਲਕੁਲ, ਜਦ ਬੰਬ ਸੁੱਟਾਂਗੇ ਜਾਂ ਉਹਨੂੰ ਕਹਿ ਦਾਂਗੇ ਤੈਨੂੰ ਕਣਕ ਨਹੀਂ ਭੇਜਾਂਗੇ। ਤੇ ਮੈਨੂੰ ਜਦੋਂ ਮੈਂ ਇਹ ਗੱਲ ਕਹਿਣਾ ਤੇ ਮੈਨੂੰ ਅੱਜ ਇਹ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਹ ਕਿੰਨੀ ਇੰਪੋਰਟੈਂਟ ਗੱਲ ਸੀ ਸੈਲਫ ਰਿਲਾਇੰਟ ਦੀ। ਹੁਣ ਅੱਜ ਅਸੀਂ ਇਹ ਕਹਿੰਦੇ ਆ ਕਿ ਸਾਡੇ ਗੋਦਾਮ ਭਰੇ ਹੋਏ ਨੇ ਤੇ ਬਾਹਰੋਂ ਅਸੀਂ ਫੂਡ ਕਿਸੇ ਵੇਲੇ ਵੀ ਲੈ ਸਕਦੇ ਆ, ਅਸੀਂ ਅੱਜ ਪ੍ਰੋਕਿਉਰ ਨਾ ਕਰੀਏ ਤੇ ਮੈਨੂੰ ਲੱਗਦਾ ਕਿਸੇ ਲੈਵਲ ਤੇ ਨੈਸ਼ਨਲ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕਰ ਰਹੇ ਆ ਔਰ ਫੂਡ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕਰ ਰਹੇ ਆ। ਔਰ ਉਹਦੇ ਨਾਲ ਤੀਜਾ ਮੁੱਦਾ ਜੁੜਿਆ ਹੋਇਆ ਕਿਸਾਨ ਦੀ ਇਨਕਮ ਦਾ ਮੁੱਦਾ ਹੈ, ਕਿਸਾਨ ਦੇ ਸਰਵਾਈਵਲ ਦਾ ਮੁੱਦਾ ਹੈ, ਖੇਤ ਮਜ਼ਦੂਰ ਦੇ ਸਰਵਾਈਵਲ ਦਾ ਮੁੱਦਾ ਹੈ। ਸੋ ਇਹ ਤਿੰਨੋਂ ਮੁੱਦੇ ਜਿਹੜੇ ਨੇ ਜੁੜੇ ਹੋਏ ਨੇ ਤੇ ਇਸੇ ਕਰਕੇ ਮੈਂ ਕਹਿੰਦਾ ਕਿ ਚੰਗੀ ਗੱਲ ਆਪਾਂ ਇਕਨੋਮਿਸਟ ਨਹੀਂ ਤੇ ਆਪਾਂ ਇਕਨੋਮਿਕਸ 'ਚ ਤੇ ਐਗਰੋ ਇਕਨੋਮਿਕਸ 'ਚ ਹੀ ਰਹਿ ਜਾਣਾ ਸੀ ਕਿ ਕਿੰਨੀ ਪ੍ਰੋਡਕਸ਼ਨ ਹੁੰਦੀ ਹੈ। ਇਕਨੋਮਿਕਸ ਇਜ਼ ਟੂ ਸੀਰੀਅਸ ਅ ਸਬਜੈਕਟ, ਇਹ ਇਕਨੋਮਿਸਟਾਂ ਕੋਲ ਛੱਡਣਾ ਹੀ ਨਹੀਂ ਚਾਹੀਦਾ। ਹਾਂ, ਤੇ ਇਸ ਕਰਕੇ ਇਹ ਪੋਲੀਟੀਕਲ ਇਕਨੋਮੀ ਦਾ ਮੁੱਦਾ ਹੈ। ਔਰ ਇਸ ਤੇ ਮੈਂ ਇੱਕ ਨਾਲ ਜੁੜਦੀ ਹੋਈ ਤੁਹਾਨੂੰ ਕਹਿ ਦੇਵਾਂ ਕਿ ਮੈਨੂੰ ਸੁਪਰੀਮ ਕੋਰਟ ਦੀ ਜਿਹੜੀ ਜਜਮੈਂਟ ਆਈ ਨਾ ਬਹੁਤ ਠੀਕ ਲੱਗੀ। ਕਿਸਾਨਾਂ ਵਾਲੇ ਮਾਮਲੇ ਦੇ ਵਿੱਚ ਹਾਂਜੀ, ਮੈਨੂੰ ਇਹ ਠੀਕ ਲੱਗੀ ਕਿ ਮੈਂ ਇਹ ਦੇਖਿਆ ਵੀ ਜਿਹੜੀ ਭਾਰਤ ਦੀ ਇੱਕ ਜਦੋਂ 1994 ਤੋਂ ਬਾਅਦ ਅਸੀਂ ਮਾਰਕੀਟ ਰਿਫਾਰਮ ਦੀ ਗੱਲ ਕੀਤੀ, ਮੈਨੂੰ ਯਾਦ ਉਦੋਂ ਪ੍ਰਧਾਨ ਮੰਤਰੀ ਉਦੋਂ ਫਾਈਨਾਂਸ ਮਿਨਿਸਟਰ ਸਰਦਾਰ ਮਨਮੋਹਨ ਸਿੰਘ ਹੋਇਆ ਕਰਦੇ ਸੀ, ਉਹਨਾਂ ਨੂੰ ਅਸੀਂ ਕ੍ਰੈਡਿਟ ਦਿੰਦੇ ਹਾਂ ਇਸ ਗੱਲ ਦਾ। ਔਰ ਮੋਦੀ ਜੀ ਨੇ ਉਸੇ ਰਿਫਾਰਮ ਪ੍ਰੋਸੈਸ ਨੂੰ ਬੜਾ ਇਫੈਕਟਿਵਲੀ ਤੇ ਐਫੀਸ਼ੀਐਂਟਲੀ ਇੰਪਲੀਮੈਂਟ ਕਰਨ ਦਾ ਰਿਜ਼ੋਲਵ ਕੀਤਾ ਔਰ ਅੱਗੇ ਲੈ ਕੇ ਗਏ। ਜਜਮੈਂਟ ਕਿਉਂ ਵਧੀਆ ਲੱਗੀ? ਜਜਮੈਂਟ ਮੈਂ ਇਸ ਕਰਕੇ ਕਿਹਾ ਵੀ ਰਿਜ਼ੋਲਵ ਕੀਤਾ, ਅੱਗੇ ਲੈ ਕੇ ਆਏ। ਪਰ ਜਿਹੜੀਆਂ ਸਟੇਟ ਦੀਆਂ ਇੰਸਟੀਟਿਊਸ਼ਨ ਸੀਗੀਆਂ ਉਹ ਤਿਆਰ ਨਹੀਂ ਸੀ ਹਾਲੇ ਇਸ ਤਰ੍ਹਾਂ ਦੇ ਰਿਫਾਰਮ ਨੂੰ ਅੱਗੇ ਲਿਆਉਣ ਲਈ। ਹੌਲੀ ਹੌਲੀ ਤਿਆਰ ਹੋ ਰਹੀਆਂ। ਜਿਵੇਂ ਕੈਗ ਦਾ ਸੀ ਕੰਟਰੋਲਰ ਆਡੀਟਰ ਜਨਰਲ, ਉਹਨਾਂ ਨੇ ਕਈ ਤਰ੍ਹਾਂ ਦੀ ਓਬਜੈਕਸ਼ਨਾਂ ਵਿੱਚ ਲਾਈਆਂ, ਹੁਣ ਹਟ ਗਏ ਨੇ, ਸਰਕਾਰ ਨੂੰ ਮੁਸ਼ਕਲਾਂ ਕ੍ਰੀਏਟ ਕਰਦੇ ਸੀ, ਹੁਣ ਠੀਕ ਹੋ ਗਏ, ਹੁਣ ਨਹੀਂ ਲਾਉਂਦੇ। ਇਸੇ ਤਰ੍ਹਾਂ ਸੁਪਰੀਮ ਕੋਰਟ ਦਾ ਵੀ ਕੰਮ ਇਹ ਹੈ ਕਿ ਸਰਕਾਰ ਦਾ ਜਿਹੜਾ ਮੇਨ ਏਜੰਡਾ ਹੈ ਉਹਨੂੰ ਲੀਗਲੀ ਐਗਜ਼ਾਮਿਨ ਕਰਨ, ਪਰ ਉਹਦੀ ਪੋਲਿਟਿਕਸ ਨੂੰ ਐਗਜ਼ਾਮਿਨ ਨਾ ਕਰਨ। ਔਰ ਇਸ ਕਰਕੇ ਮੈਂ ਕਿਸਾਨਾਂ ਦੀ ਸੂਝ-ਬੂਝ ਨੂੰ ਦਾਦ ਦੇਣਾ ਕਿ ਉਹਨਾਂ ਨੇ ਸਿੱਧੀ ਗੱਲ ਇਹ ਕਹੀ ਕਿ ਅਸੀਂ ਇਹ ਮਸਲਾ ਪੋਲੀਟੀਕਲ ਹੈ, ਇਹ ਪੋਲੀਟੀਕਲ ਐਗਜ਼ੈਕਟਿਵ ਹੀ ਸੋਲਵ ਕਰੇਗੀ, ਅਸੀਂ ਲੀਗਲ ਰਿਕੋਰਸ ਨਹੀਂ ਲੈਣਾ। ਔਰ ਉਸ ਸੈਂਸ ਜੇ ਅਸੀਂ ਸੁਪਰੀਮ ਕੋਰਟ ਨੂੰ ਕਹਿੰਦੇ ਗਲਤ ਕੀਤਾ, ਮੈਂ ਸਮਝਦਾ ਇਹ ਗਲਤ ਗੱਲ ਹੈ ਸਾਡੀ। ਸੁਪਰੀਮ ਕੋਰਟ ਹੁਣ ਸਰਕਾਰ ਦਾ ਜਿਹੜਾ ਮੇਨ ਪੋਲੀਟਿਕਸ ਹੈ ਮਾਰਕੀਟ ਰਿਫਾਰਮਸ ਦਾ, ਉਹਨੂੰ ਇੰਪਲੀਮੈਂਟ ਕਰ ਰਹੀ ਹੈ, ਉਹਨੂੰ ਲੀਗਲੀ ਲਾਗੂ ਕਰ ਰਹੀ ਹੈ। ਤੇ ਇਹਦਾ ਮਤਲਬ ਇਹ ਹੈ ਸਾਡੀ ਐਕਸਪੈਕਟੇਸ਼ਨ ਗਲਤ ਹੈ ਕਿ ਸੋਸ਼ਲਿਜ਼ਮ ਸੁਪਰੀਮ ਕੋਰਟ ਲਾਊਗੀ। ਸੁਪਰੀਮ ਕੋਰਟ ਦਾ ਕੰਮ ਸੋਸ਼ਲਿਜ਼ਮ ਲਿਆਣਾ ਨਹੀਂ ਹੈ। ਮੈਂ ਦਰਸ਼ਕਾਂ ਲਈ ਕੁਇਕਲੀ ਟ੍ਰਾਂਸਲੇਟ ਕਰਦਾ ਵੀ ਰਿਆਸਤ ਹੁੰਦੀ ਹੈ, ਸਟੇਟ ਹੈ, ਔਰ ਸਰਕਾਰ ਹੈ ਤੇ ਸਰਕਾਰ ਦੇ ਅਦਾਰੇ ਨੇ, ਇੰਸਟੀਟਿਊਸ਼ਨਸ ਨੇ, ਜਾਂ ਅਸੀਂ ਪਿਲਰਸ ਗਿਣਦੇ ਹਾਂ। ਐਗਜ਼ੈਕਟਿਵ ਹੈ, ਜੁਡੀਸ਼ਰੀ ਹੈ, ਸਾਡੇ ਜੱਜਿਸ ਨੇ ਤੇ ਸਾਡੀ ਲੈਜਿਸਲੇਚਰ ਹੈ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਕੰਪਲੀਟ ਹਾਰਮਨੀ ਵਿੱਚ ਆ ਗਏ ਨੇ। ਇਹ ਪਹਿਲਾਂ ਆਪਣਾ ਕੰਮ ਕਰਦੇ ਸੀ। ਜਾਂ ਹੁਣ ਕਿਸਾਨ ਅੰਦੋਲਨ 'ਚ ਪਹਿਲਾਂ ਦੇਖਿਆ ਸਰਕਾਰ ਨੇ ਕਿਹਾ ਪੁਲਿਸ ਭੇਜ ਦਿਓ, ਸ਼ਾਇਦ ਰੋਕ ਲਈਏ, ਨਹੀਂ ਰੁਕੇ, ਬੱਚਿਆਂ ਬੈਰੀਕੇਡ ਪੁੱਟ ਸੁੱਟੇ। ਉਹਨਾਂ ਨੇ ਕਿਹਾ ਚੰਗਾ ਫਿਰ ਤੋਮਰ ਸਾਹਿਬ ਤੇ ਪੀਯੂਸ਼ ਗੋਇਲ ਨੂੰ ਭੇਜ ਦਿਓ, ਸਰਕਾਰ ਭੇਜ ਦਿਓ, ਥੋੜ੍ਹੇ ਜਿਹੇ ਐਗਜ਼ੈਕਟਿਵ ਨੂੰ ਭੇਜ ਦਿਓ। ਨਹੀਂ ਮੰਨੇ ਤੇ ਉਹਨਾਂ ਨੇ ਕਿਹਾ ਇੱਦਾਂ ਕਰੋ, ਫਿਰ ਸੁਪਰੀਮ ਕੋਰਟ ਨੂੰ ਅੱਗੇ ਮੋਰਚੇ ਤੇ ਭੇਜੋ, ਤੁਸੀਂ ਕੋਈ ਹੱਲ ਕਰਵਾਓ। ਤਾਂ ਸਾਰੇ ਬੰਦੇ ਇੱਕ ਦੂਜੇ ਦਾ ਕੰਮ ਕਰ ਰਹੇ ਨੇ, ਅਦਾਰੇ ਨਹੀਂ ਇੱਕ ਕੰਮ ਨਹੀਂ ਕਰ ਰਹੇ, ਮਾਰਕੀਟ ਦਾ ਕੰਮ ਕਰ ਰਹੇ, ਮਾਰਕੀਟ ਰਿਫਾਰਮ ਦਾ ਕੰਮ ਕਰ ਰਹੇ ਨੇ ਕਿ ਸਟੇਟ ਦੀ ਜਿਹੜੀ ਸਰੈਂਡਰ ਹੈ ਟੂ ਦਾ ਮਾਰਕੀਟ। ਅੱਛਾ, ਸਵਾਲ 'ਚ ਕੋਈ ਗੁਸਤਾਖੀ ਨਹੀਂ, ਫਾਰਮੂਲੇਸ਼ਨ ਕੋਈ ਕੰਮ ਮੌਕੇ ਦੇ ਉੱਤੇ। ਇਜ਼ ਦਿਸ ਦਾ ਯੂਨਾਈਟਿਡ ਸਟੇਟਸ ਆਫ ਇੰਡੀਆ ਅਗੇਂਸਟ ਇਟਸ ਪੀਪਲ? ਇਹ ਹੁਣ ਕਿਉਂਕਿ ਸਾਰੇ ਇਕੱਠੇ ਹੋ ਗਏ ਨੇ ਨਾ, ਇਹ ਤਾਂ ਨਹੀਂ। ਦੇਖੋ, ਦਿਸ ਇਜ਼ ਦਾ ਯੂਨਾਈਟਿਡ ਸਟੇਟਸ ਆਫ ਇੰਡੀਆ। ਇੱਕ ਪਹਿਲਾਂ ਸੁਪਰੀਮ ਕੋਰਟ ਅਲੱਗ ਆਪਣਾ ਜਗ੍ਹਾ ਰੱਖਦੀ ਸੀ, ਮੁਕਾਮ ਰੱਖਦੀ ਸੀ, ਅਦਾਰੇ ਇੱਕ ਦੂਜੇ ਦੇ ਵਿੱਚ ਇੱਕ ਦੂਜੇ ਦੀ ਡੋਮੇਨ 'ਚ ਨਹੀਂ ਜਾਂਦੇ ਸੀ। ਔਰ ਅਸੀਂ ਬੱਚਿਆਂ ਨੂੰ 7ਵੀਂ 8ਵੀਂ ਕਲਾਸ ਤੋਂ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਆ ਕਿਤਾਬਾਂ ਦੇ ਵਿੱਚ NCERT ਦੀਆਂ ਕਿ ਹਰੇਕ ਅਦਾਰੇ ਦੀ ਆਪਣੀ ਡੋਮੇਨ ਹੈ, ਜੁਡੀਸ਼ਰੀ ਦੀ ਆਪਣੀ ਡੋਮੇਨ ਹੈ, ਪਾਰਲੀਮੈਂਟ ਦੀ ਆਪਣੀ ਡੋਮੇਨ ਹੈ। ਹੁਣ ਯੂਨਾਈਟਿਡ ਸਟੇਟਸ ਆਫ ਇੰਡੀਆ ਬਣੀ ਹੈ ਤੇ ਅਗੇਂਸਟ ਇਟਸ ਪੀਪਲ ਹੈ ਤੇ ਪੀਪਲ ਬੈਠੇ ਨੇ ਸਿੰਘੂ ਬਾਰਡਰ। ਇਹਦੇ 'ਚ ਨਾ ਇਹਨੂੰ ਥੋੜ੍ਹਾ ਜਿਹਾ ਰਿਫਾਈਨ ਤਰੀਕੇ ਨਾਲ ਸਮਝ ਲਈਏ। ਇਹ ਕਿਸਾਨ ਨੇ ਸਾਨੂੰ ਸਮਝਾਇਆ, ਇਸ ਐਜੀਟੇਸ਼ਨ ਨੇ ਸਮਝਾਇਆ, ਪੜ੍ਹਿਆ ਤਾਂ ਅਸੀਂ ਪਹਿਲੇ ਬੜਾ ਹੋਣਾ ਹੈ। ਉਹਨਾਂ ਨੇ ਦੱਸਿਆ ਵੀ ਜਿਹੜਾ ਪੋਲੀਟਿਕਸ ਹੁੰਦਾ ਨਾ, ਉਹਦੀ ਆਪਣੀ ਇੱਕ ਆਟੋਨਮੀ ਹੋਇਆ ਕਰਦੀ ਹੈ, ਉਹਦੀ ਆਪਣੀ ਇੱਕ ਪ੍ਰਾਇਮੇਸੀ ਹੋਇਆ ਕਰਦੀ ਹੈ, ਉਸ ਪੋਲਿਟਿਕਸ ਦੀ ਆਪਣੀ ਇੱਕ ਦਿਸ਼ਾ ਹੋਇਆ ਕਰਦੀ ਹੈ। ਸਿਆਸਤ ਖੁਦ ਮੁਖਤਾਰ ਇੱਕ ਰੱਖਦੀ ਹੈ। ਹੁਣ ਤੇ ਜਿਹੜੀ ਸਾਡੀ ਪੋਲਿਟਿਕਸ ਹੈ, ਕਿਸਾਨ ਇਹ ਕਹਿੰਦਾ ਹੈ, ਉਹ ਜਿਹੜੀ ਸਟੇਟ ਦੀ ਰਾਜਨੀਤੀ ਹੈ ਉਹਦੇ ਨਾਲ ਟਕਰਾਵ 'ਚ ਆਈ ਹੋਈ ਹੈ। ਇਹਨੂੰ ਇੱਦਾਂ ਸਮਝਣਾ ਪੈਣਾ
ਤੇ ਜੇ ਹੁਣ ਉਹ ਆਲਟਰਨੇਟ ਰਾਜਨੀਤੀ ਦੀ ਗੱਲ ਕਰਦੀ ਹੈ ਕਿਸਾਨ ਐਜੀਟੇਸ਼ਨ ਕਿ ਤੁਸੀਂ ਗਰੀਬ ਨੂੰ ਖਾਣਾ ਵੀ ਦਿਓ, ਸਾਡੀ ਇਨਕਮ ਦਾ ਵੀ ਇਨਸ਼ੋਰ ਕਰੋ, ਦੇਸ਼ ਦੀ ਸਿਕਿਉਰਿਟੀ ਵੀ ਬਚਾਓ। ਪਰ ਉਹ ਦੂਜੇ ਪਾਸੇ ਸਟੇਟ ਇਹ ਕਹਿੰਦੀ ਹੈ ਵੀ ਇਹ ਸਾਰਾ ਕੰਮ ਮਾਰਕੀਟ ਕਰੂਗੀ, ਮਾਰਕੀਟ ਤੁਹਾਡੀ। ਤੇ ਅਸੀਂ ਆਪ ਦੇਖਿਆ ਕਿ ਮਾਰਕੀਟ ਗਰੀਬ ਦੀ ਆਵਾਜ਼ ਨਹੀਂ ਸੁਣਦੀ। ਮਾਰਕੀਟ ਜਿਹੜੀ ਹੈ ਉਹ ਸੈਕੂਲਰ ਹੁੰਦੀ ਹੈ, ਸਿਰਫ ਅਮੀਰ ਦੀ ਆਵਾਜ਼ ਸੁਣਦੀ ਹੈ, ਉਹ ਕਿਸੇ ਧਰਮ ਦੀ ਗੱਲ ਨਹੀਂ ਸੁਣਦੀ। ਜੇ ਤੁਸੀਂ ਦੋ ਪੈਰਲਲ ਲਾਈਨ ਸ਼ੁਰੂ ਕੀਤੀਆਂ ਨੇ, ਇੱਕ ਜੋ ਪੰਜਾਬ ਦੇ ਵਿੱਚ ਹੋ ਰਿਹਾ, ਜੋ ਦਿੱਲੀ ਦੇ ਬਾਰਡਰ ਦੇ ਬਰੂਹਾਂ ਤੇ ਹੋ ਰਿਹਾ, ਦੇਸ਼ ਭਰ ਦੇ ਵਿੱਚੋਂ ਜੋ ਕਿਸਾਨ ਅੰਦੋਲਨ ਉਮੜ ਕੇ ਆ ਰਿਹਾ। ਅਜੇ ਤਾਂ ਅਸੀਂ ਸ਼ਾਇਦ ਕੁਝ ਨਹੀਂ ਦੇਖਿਆ, ਸ਼ਾਇਦ ਟ੍ਰੇਲਰ ਦੇਖਿਆ, ਪਤਾ ਨਹੀਂ ਕਿਸ ਤਰੀਕੇ ਨਾਲ ਇਹਨੇ ਅੱਗੋਂ ਮੋੜਾ ਲੈਣਾ, ਹੁਣੇ ਲੈਣਾ ਜਾਂ ਬਾਅਦ ਵਿੱਚ ਲੈਣਾ। ਦੂਸਰੀ ਜਿਹੜੀ ਇੱਕ ਤੁਸੀਂ ਟਰੈਕ ਨਾਲ ਕਰ ਰਹੇ ਹੋ, ਜਿਹੜੀ ਸਟੇਟ ਆਫ ਡੈਮੋਕ੍ਰੇਸੀ ਹੈ, ਸਟੇਟ ਆਫ ਇੰਸਟੀਟਿਊਸ਼ਨਸ ਨੇ, ਔਰ ਕੇਵਲ ਮੈਨੂੰ ਲੱਗਦਾ ਇਹ ਸਵਾਲਾਂ ਦਾ ਸਿਲਸਿਲਾ ਇੱਥੇ ਤੱਕ ਹੀ, ਹਿੰਦੁਸਤਾਨ ਤੱਕ ਹੀ ਕਿਉਂ ਸੀਮਤ ਰੱਖਣਾ। ਜੋ ਕੁਝ ਤੁਸੀਂ ਅਮਰੀਕਾ ਵਿੱਚ ਦੇਖ ਰਹੇ ਹੋ ਹੁੰਦਾ ਹੋਇਆ, ਵਾਸ਼ਿੰਗਟਨ DC ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਜੋ ਕੁਝ ਹੋਇਆ, ਤੇ ਜਿਸ ਕਿਸਮ ਦੇ ਖਦਸ਼ੇ ਜਲੂਸ ਨਿਕਲਿਆ ਪਿਆ ਦੇਸ਼ ਪੁਰਾਣੇ ਲੋਕਤੰਤਰ ਦਾ ਤੇ ਸਾਡੇ ਵੱਡੇ ਲੋਕਤੰਤਰ ਦਾ, ਉਸ ਕੈਪੀਟਲ ਹਿੱਲ ਤੋਂ ਲੈ ਕੇ ਦਿੱਲੀ ਦੇ ਬਾਰਡਰ ਤੱਕ, ਔਰ ਦੁਨੀਆ ਨੇ ਤਮਾਮ ਕਿਸਮ ਦਾ ਰਾਈਟ ਵਿੰਗ ਐਕਸਟਰੀਮਿਜ਼ਮ ਦੁਨੀਆ ਦੇਖ ਰਹੀ ਹੈ, ਲੈਫਟ ਵਿੰਗ ਐਕਸਟਰੀਮਿਜ਼ਮ ਵੀ ਅਸੀਂ ਦੇਖਿਆ, ਹਰ ਸਾਈਡ ਉਹਦਾ ਨਾਂ ਆਪਣਾ ਇਨਕਲਾਬ ਰੱਖ ਦਿੰਦੀ ਹੈ। ਤੁਹਾਡੀ ਜਾਚੇ ਅਮਰੀਕਾ ਤੋਂ ਲੈ ਕੇ ਸਿੰਘੂ ਬਾਰਡਰ ਤੱਕ, ਅੱਜ ਨਹੀਂ ਤਾਂ ਕੱਲ੍ਹ, ਨੇੜ ਭਵਿੱਖ ਨਹੀਂ ਤਾਂ ਦੂਰ ਭਵਿੱਖ ਦੇ ਵਿੱਚ ਕੋਈ ਵੱਡਾ ਇਨਕਲਾਬ ਆ ਰਿਹਾ, ਕਿਧਰੇ ਕੋਈ ਫਾਲਟ ਲਾਈਨ ਬਣ ਰਹੀ ਹੈ, ਤੇ ਕੀ ਉਹ ਫਾਲਟ ਲਾਈਨ ਸਟੇਟਸ ਵਰਸਸ ਪੀਪਲ ਹੈ? ਦੇਖੋ, ਡਰਨ ਵਾਲੇ ਦਿਨ ਨੇ। ਨਹੀਂ, ਮੈਂ ਇਸ ਗੱਲ ਤੇ ਆਣਾ, ਬੜਾ ਸੀਰੀਅਸ ਮੁੱਦਾ, ਪਰ ਇਹਦੇ ਨਾਲ ਇੱਕ ਗੱਲ ਹੋਰ ਜੋੜ ਦਿੰਦਾ, ਕਿਉਂਕਿ ਉਹ ਜੋੜਨੀ ਬੜੀ ਜ਼ਰੂਰੀ ਹੈ। ਜਦੋਂ ਮੈਂ ਸੁਪਰੀਮ ਕੋਰਟ ਦੀ ਗੱਲ ਕੀਤੀ ਕਿ ਉਹ ਹਾਰਮਨੀ 'ਚ ਆ ਗਿਆ ਸਟੇਟ ਦੇ ਉਸ ਏਜੰਡੇ ਨਾਲ, ਜਿਹ 'ਚ ਮਾਰਕੀਟ ਨੂੰ ਅਸੀਂ ਅੱਗੇ ਰੱਖ ਕੇ ਗੱਲ ਕਰਨੀ, ਮੰਡੀਕਰਨ ਨੂੰ ਅੱਗੇ ਰੱਖ ਕੇ ਗੱਲ ਕਰਨੀ, ਉਹਦੇ ਨਾਲ ਰਲ ਗਿਆ, ਮਤਲਬ ਉਹਦੇ ਨਾਲ ਜਿਹੜੀਆਂ ਪੋਲੀਟੀਕਲ ਪਾਰਟੀ ਸੀਗੀਆਂ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ BJP ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਇਹ ਸਾਰੀਆਂ ਪਾਰਟੀਆਂ ਦਾ ਕਿਸੇ ਲੈਵਲ ਤੇ ਮਾਰਕੀਟ ਰਿਫਾਰਮ ਲਈ ਕੰਸੈਂਸਸ ਬਣਿਆ ਹੋਇਆ ਸੀ। ਤੇ ਤੁਸੀਂ ਦੇਖੋ, ਇਹ ਕਿਸਾਨ ਐਜੀਟੇਸ਼ਨ ਨੇ ਕਿਹਾ ਵੀ ਤੁਹਾਡਾ ਤਾਂ ਕੰਸੈਂਸਸ ਹੈ, ਤੁਸੀਂ ਬਾਹਰ ਹੀ ਰਹੋ ਇਸ ਮੂਵਮੈਂਟ ਤੋਂ। ਇਹਨਾਂ ਨੂੰ ਕਿਸੇ ਨੂੰ ਮੂਵਮੈਂਟ 'ਚ ਨਹੀਂ ਆਉਂਦਾ, ਸਾਰੇ ਇਹ 12ਵੇਂ ਪਲੇਅਰ ਵੀ ਹੈ ਨਹੀਂ, ਮਿਸ ਵੀ ਨਹੀਂ ਕੀਤੇ ਜਾ ਰਹੇ ਨਹੀਂ, ਕਿਉਂਕਿ ਇਹ ਉਸ ਸਾਈਡ ਤੇ ਹੈ ਹੀ ਨਹੀਂ। ਤੁਸੀਂ ਦੇਖੋ, ਇੱਕ ਦੂਜੇ ਜਦੋਂ ਟੀਵੀ ਤੇ ਡਿਬੇਟ ਹੁੰਦਾ ਹੈ, ਉਦੋਂ ਉਹ ਕਹਿੰਦਾ ਵੀ ਦੇਖੋ ਤੁਸੀਂ ਆਪਣੇ ਮੈਨੀਫੈਸਟੋ 'ਚ ਇਹ ਗੱਲ ਪਹਿਲੇ ਪਾਈ ਸੀ, ਅਸੀਂ ਤਾਂ ਹੁਣ ਕਾਂਗਰਸ ਪਾਰਟੀ ਨੇ ਕਿਸੇ ਨੇ ਬਾਅਦ 'ਚ ਪਾਈ ਹੈ। ਸੋ ਇਹਦਾ ਮਤਲਬ ਇਹ ਹੈ ਕਿ ਇੱਕ ਜਿਹੜਾ ਕੰਸੈਂਸਸ ਪੋਲੀਟੀਕਲ ਪਾਰਟੀ 'ਚ ਹੋਇਆ ਸੀ, ਔਰ ਇੱਕ ਜਿਹੜਾ ਹੁਣ ਡਿਫਰੈਂਟ ਆਰਗਨ ਜਿਹੜੇ ਸਟੇਟ ਦੇ ਨੇ, ਚਾਹੇ ਸੁਪਰੀਮ ਕੋਰਟ ਹੈ, ਉਹਨਾਂ 'ਚ ਇੱਕ ਕੰਸੈਂਸਸ ਹੋਇਆ, ਇਹਨੂੰ ਸਾਨੂੰ ਉਸ ਆਬਜੈਕਟਿਵਿਟੀ ਉਸ ਦੇ ਵਿੱਚ ਦੇਖਣਾ ਚਾਹੀਦਾ, ਨਾ ਕਿ ਇਹ ਸੋਚਣਾ ਚਾਹੀਦਾ ਕਿ ਰੈਵੋਲੂਸ਼ਨ ਸੁਪਰੀਮ ਕੋਰਟ ਨੇ ਲਿਆਣਾ ਸੀ ਤੇ ਉਹ ਲਿਆ ਨਹੀਂ ਪਾਈ, ਨਾਰਾਜ਼ ਹੋ ਜਾਈਏ ਅਸੀਂ, ਉਹਦਾ ਤਾਂ ਕੰਮ ਹੀ ਨਹੀਂ ਸੀ ਲਿਆਣਾ। ਜੇ ਅਸੀਂ ਸੋਚੀਏ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਅੱਜ ਦੀਆਂ ਸੀਗੀਆਂ ਉਹ ਮਾਰਕੀਟ ਰਿਫਾਰਮ ਨੂੰ ਸਪੋਰਟ ਕਰਦੇ ਹੋਏ ਸਾਡੇ ਨਾਲ ਉਹ ਲੱਗਣ, ਉਹ ਸਾਡੇ ਨਾਲ ਲਿਪ ਸਰਵਿਸ ਕਰਦੇ ਨਹੀਂ ਹੈ, ਇਸੇ ਕਰਕੇ ਮੈਂ ਉਹਨਾਂ ਨੂੰ ਚੀਅਰ ਲੀਡਰਸ ਕਿਹਾ, ਤਾੜੀਆਂ ਵਜਾਉਣ ਵਾਲੇ ਉਹ ਲੀਡਰ ਨਹੀਂ ਰਹੇ। ਇਸੇ ਕਰਕੇ ਇਹ ਮੈਂ ਦੂਜਾ ਐਸਪੈਕਟ ਤੁਹਾਡੇ ਅੱਗੇ ਇਸ ਕਰਕੇ ਲਿਆਣਾ ਚਾਹੁੰਦਾ ਕਿ ਹੁਣ ਅੱਜ ਜੇ ਉਸ ਮੂਵਮੈਂਟ 'ਚੋਂ ਪੋਲੀਟੀਕਲ ਪਾਰਟੀਆਂ ਬਾਹਰ ਹੈ, ਤਾਂ ਇਸ ਕਰਕੇ ਨੇ ਇੱਕ ਨਵੀਂ ਲੋੜ ਵੱਲ ਇਸ਼ਾਰਾ ਕਰ ਰਿਹਾ ਹਿੰਦੁਸਤਾਨ ਦੀ ਰਾਜਨੀਤੀ। ਉਹ ਕੀ ਲੋੜ ਹੈ ਕਿ ਇਹਨਾਂ ਪਾਰਟੀਆਂ ਤੋਂ ਅਲੱਗ ਹਟ ਕੇ ਕੋਈ ਸੋਸ਼ਲ ਡੈਮੋਕ੍ਰੈਟ ਆਲਟਰਨੇਟਿਵ ਅਮਰਜ ਹੋਏ ਪਾਰਟੀਆਂ ਦਾ, ਜਿਹੜਾ ਇਹ ਬਾਅਦ 'ਚ ਆਪਾਂ ਗੱਲ ਕਰਦੇ ਹਾਂ, ਪਰ ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਕਿ ਅੱਜ ਇਹ ਸਿਚੁਏਸ਼ਨ ਹੈ, ਇਹ ਸੰਦਰਭ ਹੈ ਜਿਹਦੇ 'ਚ ਡਿਫਰੈਂਟ ਇਸ ਮੂਵਮੈਂਟ ਨੇ ਦੋ ਤਰਫ ਗੱਲਾਂ ਵੱਲ ਇਸ਼ਾਰਾ ਕੀਤਾ ਬੜੇ ਸੀਰੀਅਸਲੀ, ਕਿ ਵੀ ਅੱਜ ਸਟੇਟ ਦੀਆਂ ਇੰਸਟੀਟਿਊਸ਼ਨਸ ਤੇ ਸਟੇਟ ਪੋਲੀਟੀਕਲ ਪਾਰਟੀਆਂ ਇਹ ਇੱਕੋ ਉਸ ਮਾਰਕੀਟ ਅੱਗੇ ਸਰੈਂਡਰ ਕਰਕੇ ਉਹਦੀ ਰਾਜਨੀਤੀ ਨੂੰ ਹੀ ਅੱਗੇ ਲਿਜਾ ਰਹੀ ਹੈ। ਓਕੇ, ਨਾਓ ਮੈਂ ਬ੍ਰੇਕ ਲਈ ਰੁਕ ਰਿਹਾ, ਪਰ ਜਿਹੜਾ ਸਵਾਲ, ਔਰ ਮੈਂ ਤਾਂ ਸਵਾਲ ਇਹ ਬਣਾਇਆ ਨਹੀਂ, ਇਹ ਤੁਸੀਂ ਮਤਲਬ ਹੋਰ ਕੋਈ ਚਾਰਾ ਹੀ ਨਹੀਂ ਛੱਡਿਆ ਵੀ ਇਹ ਸਵਾਲ ਪੁੱਛਣਾ ਹੀ ਬਣਦਾ। ਕਿਸੇ ਦੇ ਦਿਲ ਨੂੰ ਦੁੱਖ ਵੀ ਨਹੀਂ ਹੋਣਾ ਚਾਹੀਦਾ, ਬਹੁਤ ਸਾਰੇ ਲੋਕ ਬਹੁਤ ਦਿਲੋਂ ਮਨੋਂ ਜਜ਼ਬਾਤ ਨਾਲ ਸਿੰਘੂ ਬਾਰਡਰ ਦੇ, ਟਿਕਰੀ ਬਾਰਡਰ ਦੇ ਇਸ ਅੰਦੋਲਨ ਨਾਲ ਜੁੜੇ ਨੇ, ਕਿ ਇਹ ਜਿਹੜਾ ਅੰਦੋਲਨ ਹੋ ਰਿਹਾ ਇਹ ਦਰਅਸਲ ਡਿਵੈਲਪਮੈਂਟ ਦੇ ਮਾਡਲ ਦੇ ਖਿਲਾਫ ਕੋਈ ਅੰਦੋਲਨ ਹੋ ਰਿਹਾ ਹੈ, ਕਿ ਵਿਕਾਸ ਕਿਸ ਨੂੰ ਕਹਿਣਾ ਹੈ, ਕਿ ਇਹ 3 ਖੇਤੀ ਦੇ ਬਿੱਲ ਵਾਪਸ ਕਰਾਣੇ ਨੇ, ਕਿਉਂਕਿ ਜਿਹੜਾ ਗਿਵਨ ਢਾਂਚਾ ਸਾਰਾ ਕੈਪੀਟਲਿਜ਼ਮ ਦਾ, ਇਹਦੇ ਵਿੱਚ ਮੇਰਾ ਪ੍ਰੋਫਿਟ ਇਹਦੇ ਵਿੱਚੋਂ ਜਾ ਰਿਹਾ ਤੇ ਮੈਨੂੰ ਉਹਦੇ ਲਈ ਹੁਣ ਖੜੇ ਹੋਣਾ ਪੈ ਰਿਹਾ, ਮੈਨੂੰ ਡਰ ਹੈ ਤੁਸੀਂ ਮੇਰੀ ਜ਼ਮੀਨ ਨਾ ਲੈ ਲਵੋ, ਉਹਦੇ ਲਈ ਅੰਦੋਲਨ ਹੋ ਰਿਹਾ। ਦੋਹਾਂ ਦੇ ਵੱਖ-ਵੱਖ ਮਤਲਬ ਨੇ, ਤੇ ਜਵਾਬ ਲਈ ਵਾਪਸ ਆਵਾਂਗੇ ਵਿਦਵਾਨ ਕੋਲ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕਿਸਾਨੀ ਅੰਦੋਲਨ ਦੇ ਵਿੱਚ ਡੈਮੋਕ੍ਰੇਸੀ ਦਾ, ਲੋਕਤੰਤਰ ਦਾ, ਡੈਮੋਕ੍ਰੇਸੀ ਦੇ ਅਦਾਰਿਆਂ ਦਾ ਸਿਆਸਤ ਦੀ ਰਿਆਸਤ ਨਾਲ, ਰਿਆਸਤ ਦੀ ਲੋਕਾਂ ਦੇ ਨਾਲ ਜਿਹੜਾ ਰਿਸ਼ਤਾ ਬਣਦਾ ਸੀ, ਉਹਦੇ ਵਿੱਚ ਕਿਸ ਕਿਸਮ ਦੇ ਬਦਲਾਵ ਨਜ਼ਰ ਆ ਰਹੇ ਨੇ, ਕਿਸ ਕਿਸਮ ਦੀਆਂ ਤਰੇੜਾਂ ਨੇ, ਤੇ ਜਿਹੜਾ ਅੰਦੋਲਨ ਹੋ ਰਿਹਾ, ਡਾਕਟਰ ਪ੍ਰਮੋਦ ਕੁਮਾਰ ਜੀ ਤੁਸੀਂ ਸਾਡੇ ਨਾਲ ਹੋ, ਜਿਹੜਾ ਅੰਦੋਲਨ ਹੋ ਰਿਹਾ ਡਾਕਟਰ ਪ੍ਰਮੋਦ ਕੁਮਾਰ ਜੀ, ਇਹ ਜਿਹੜਾ ਤੁਸੀਂ ਕਿਹਾ ਓਵਰਆਲ ਇੱਕ ਕੈਪੀਟਲਿਸਟਿਕ
ਮੈਂ ਸਿੰਘੂ ਬਾਰਡਰ ਦੀ ਭਾਸ਼ਾ ਬੋਲਾਂ ਤਾਂ ਲਹੂ ਪੀਣਾ ਜਿਹੜਾ ਬਣਿਆ ਹੋਇਆ ਸੀ ਸਾਰਾ ਸਟਰਕਚਰ, ਉਹਦੇ ਖਿਲਾਫ ਅੰਦੋਲਨ ਹੈ ਕਿ ਉਸ ਲਹੂ ਪੀਣੇ ਸਟਰਕਚਰ ਦੇ ਵਿੱਚ ਕੋਈ ਸਾਨੂੰ ਅਚਾਨਕ ਇੱਕ ਡੈਮੋਗ੍ਰਾਫਿਕ ਨੂੰ, ਵੱਡੇ ਡੈਮੋਗ੍ਰਾਫਿਕ ਨੂੰ ਘਾਟਾ ਪੈਣ ਦਾ ਖਦਸ਼ਾ ਆਇਆ ਤੇ ਉਹ ਸਾਰਾ ਡੈਮੋਗ੍ਰਾਫਿਕ ਉਹਦੇ ਲਈ ਉੱਠ ਖੜਾ ਹੋਇਆ ਤੇ ਅਸੀਂ 3 ਖੇਤੀ ਬਿੱਲ ਵਾਪਸ ਕਰਾਉਣ ਲਈ ਸੰਘਰਸ਼ ਕਰ ਰਹੇ ਹਾਂ। ਵਾਟ ਇਜ਼ ਇਟ ਐਕਚੁਅਲੀ? ਕੋਈ ਵੀ ਜਿਹੜੀ ਮੂਵਮੈਂਟ ਹੁੰਦੀ ਹੈ ਉਹ 'ਚ ਕਈ ਤਰ੍ਹਾਂ ਦੇ ਅਲੱਗ-ਅਲੱਗ ਮੈਸੇਜ ਆਉਂਦੇ ਨੇ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਆਈਡੀਓਲੋਜੀ ਕਈ ਵਾਰ ਇਕੱਠੀਆਂ ਹੋ ਜਾਂਦੀਆਂ ਨੇ। ਤੁਸੀਂ ਇਸ ਮੂਵਮੈਂਟ 'ਚ ਦੇਖੋਗੇ ਤੁਹਾਨੂੰ ਜਿਹੜੀ ਲੈਫਟ ਦੀ ਆਈਡੀਓਲੋਜੀ ਹੈ ਜੀ ਉਹ ਵੀ ਨਜ਼ਰ ਆਏਗੀ, ਜਿਹਦੇ ਸਰਮਾਏਦਾਰੀ ਦੇ ਖਿਲਾਫ ਝੰਡੇ, ਲਾਲ ਝੰਡੇ, ਕਿਸਾਨ ਯੂਨੀਅਨ ਦੇ ਝੰਡੇ ਸਭ ਇਕੱਠੇ ਔਰ ਇੱਕੋ ਵਹੀਕਲ ਤੇ ਦਿਸਦੇ ਨੇ, ਇੱਕੋ ਵਹੀਕਲ ਤੇ ਦਿਖਦੇ ਨੇ। ਇਹਦੇ ਵਿੱਚ ਜਿਹੜਾ ਇੱਕ ਰਾਈਟ ਵਿੰਗ ਐਕਸਟ੍ਰੀਮਿਸਟ ਹੈ ਉਹ ਵੀ ਨਜ਼ਰ ਆਉਂਦਾ, ਜਿਹਦੇ 'ਚ ਸਿੱਖੀ ਦੀ ਗੱਲ ਵੀ ਚੱਲਦੀ ਹੈ ਤੇ ਖਾਲਿਸਤਾਨ ਦੀ ਗੱਲ ਵੀ ਚੱਲ ਪੈਂਦੀ ਹੈ। ਉਹਦੇ 'ਚ ਉਹ ਵੀ ਤੁਹਾਨੂੰ ਨਜ਼ਰ ਆਉਂਦਾ। ਉਹ ਆਪਣੀ ਅਜੇ ਕਿਸ ਕਿਸਮ ਦੀ ਕਰੈਕਟਰਾਈਜੇਸ਼ਨ ਨਹੀਂ ਬਰਦਾਸ਼ਤ ਕਰਨਗੇ। ਨਹੀਂ ਕਰਨਗੇ, ਪਰ ਇਹ ਹੈ ਉਹਦਾ ਉਹ ਮਾਰਜਨ ਤੇ ਹੈ, ਪਰ ਉਹ ਹੈ ਉਹਦੇ 'ਚ ਤੁਹਾਨੂੰ ਇਹੋ ਜਿਹਾ ਨੈਰੇਟਿਵ ਹੀ ਨਜ਼ਰ ਆਊਗਾ ਕਿਤੇ ਕਿਤੇ। ਤੇ ਪਰ ਡੋਮੀਨੈਂਟ ਨੈਰੇਟਿਵ ਜਿਹੜਾ ਹੈਗਾ, ਜੇ ਤੁਸੀਂ ਆਪਾਂ ਕਹਿੰਦੇ ਆ ਤਿੰਨੋਂ ਬਿੱਲ ਵਾਪਸ ਲੈਣ ਦੀ, ਇਹ ਖਾਲੀ ਬਿੱਲ ਵਾਪਸ ਲੈਣ ਦੀ ਗੱਲ ਨਹੀਂ ਹੈ। ਤਿੰਨੋਂ ਬਿੱਲ ਦਾ ਜੇ ਤੁਸੀਂ ਕਰੈਕਟਰ ਦੇਖੋ, ਕਿ ਜੇ ਮੈਂ ਇੱਕ ਐਗਜ਼ਾਮਪਲ ਦੇਦਾ, ਜੇ ਤਿੰਨੋਂ ਬਿੱਲ ਤੁਸੀਂ ਕਹਿੰਦੇ ਆ ਕਿ ਇਹਦੇ ਨਾਲ ਕਿਸਾਨ ਦੀ ਇਨਕਮ ਵਧੇਗੀ, ਮੈਂ ਸਿੰਪਲ ਗੱਲ ਕਰਨਾ, ਸਰਕਾਰ ਕਹਿੰਦੀ ਹੈ ਕਿ ਇਹ ਤਿੰਨੋਂ ਬਿੱਲ ਆਪਾਂ ਲਿਆਂਦੇ ਨੇ ਕਿਉਂਕਿ ਕਿਸਾਨ ਦੀ ਆਮਦਨ ਵਧੇ, ਉਹਨੂੰ ਨਵੀਂ ਆਪਸ਼ਨ ਮਿਲੇ। ਮੇਰਾ ਸੁਝਾਅ ਹੈ ਇਹਦੇ 'ਚ ਕਿ ਹੱਲ ਦੇਣ ਲੱਗਿਓ ਕੋਈ। ਹਾਂ, ਮੈਂ ਸੁਝਾਅ ਦੇ ਦਰਸ਼ਕਾਂ ਨੂੰ ਕਰਦੇ ਆ ਤੇਰਾ ਖਬਰਦਾਰ ਵੀ ਹੱਲ ਦੇਣ ਲੱਗੇ ਨੇ। ਮੈਂ ਹੱਲ ਦੇਣ ਲੱਗਾ, ਮੈਂ ਇਹ ਕਹਿਣ ਲੱਗਾ ਵੀ ਜੇ ਇੰਨਾ ਹੀ ਫਾਇਦਾ ਕਿਸਾਨ ਦਾ ਹੋਣਾ ਹੈ ਤੇ ਸਰਕਾਰ ਜਿਹੜੀ ਹੈ ਕਿਸਾਨਾਂ ਤੋਂ ਪ੍ਰੋਕਿਓਰ ਕਰਕੇ ਕਾਰਪੋਰੇਟ ਨੂੰ ਵੇਚ ਦਿਆ ਕਰੇ, ਫਾਇਦਾ ਆਪ ਲੈ ਲੇ ਤੇ ਫਿਰ ਵੰਡ ਦੇਵੇ, ਸਾਨੂੰ ਵੰਡ ਦੇਵੇ। ਉਹ ਤਾਂ ਕੋਈ ਉਹਨੂੰ ਨਵੇਂ ਸਕੂਲ ਖੋਲ ਦੇ, ਨਵੇਂ ਹਸਪਤਾਲ ਖੋਲ ਦੇਵੇ, ਲੋਕ ਨਵੀਆਂ ਸੜਕਾਂ ਬਣਾ ਦੇਵੇ, ਵਿਕਾਸ ਕਰ ਦੇਵੇ। ਇਹ ਤਾਂ ਕੋਈ ਔਖੀ ਗੱਲ ਨਹੀਂ ਨਾ ਵੀ ਸਰਕਾਰ ਪ੍ਰੋਕਿਓਰ, ਨਾਲੇ ਦੋਨੋਂ ਸਾਈਡਾਂ ਜੇਤੂ, ਦੋਨੋਂ ਸਾਈਡਾਂ ਜੇਤੂ। ਸਰਕਾਰ ਨੇ ਪ੍ਰੋਕਿਓਰ ਕਰਨਾ, ਐਮਐਸਪੀ ਸਰਕਾਰ ਨੇ ਦੇਣੀ ਹੈ, ਕਹਿ ਰਹੇ ਅਸੀਂ ਦਵਾਂਗੇ, ਅਸੀਂ ਪ੍ਰੋਕਿਓਰ ਵੀ ਕਰਾਂਗੇ ਤੇ ਕਰ ਲਓ ਨਾ ਪ੍ਰੋਕਿਓਰ। ਪ੍ਰਾਈਵੇਟ ਨੂੰ ਖਰੀਦੇ ਨਹੀਂ ਨਾ ਦੇਵੇ, ਹਾਂ ਨਾ ਦੇਵੇ ਤੇ ਫਿਰ ਉਹਨਾਂ ਨੂੰ ਸਾਰਾ ਕੁਝ ਹੀ ਆਪ ਪ੍ਰੋਕਿਓਰ ਕਰ ਲੈ। 23 ਫਸਲਾਂ ਹੀ ਕਿਉਂ, ਸਾਰਾ ਕੁਝ ਆਪ ਪ੍ਰੋਕਿਓਰ ਕਰੇ ਤੇ ਵੇਚੇ। ਹਾਂ, ਉਹਨਾਂ ਨੂੰ ਦੇ ਦੇ ਔਰ ਆਮਦਨ ਕਮਾਵੇ, ਜਿਹਦੇ ਨਾਲ ਐਜੂਕੇਸ਼ਨ ਹੈਲਥ ਅੱਗੇ ਵਧਣ। 11ਵੇਂ ਗੇੜ ਦੀ ਗੱਲਬਾਤ ਚ ਇਹੀ ਪ੍ਰਪੋਜ਼ਲ ਲੈ ਕੇ ਜਾਣੀ ਚਾਹੀਦੀ ਇਹਦੇ ਨਾਲ। ਕਿਉਂਕਿ ਮੈਂ ਇਹ ਕਿਉਂ ਕਹਿ ਰਿਹਾ, ਜੇ ਇੰਨਾ ਹੀ ਫਾਇਦੇਮੰਦ ਹੈ ਤਾਂ ਸਟੇਟ ਆਪ ਫਾਇਦਾ ਲੈ ਲੈ। ਸਟੇਟ ਲੋਕਾਂ ਦੀ ਸਟੇਟ ਹੈ, ਲੋਕਾਂ ਲਈ ਹੈ, ਉਹਨਾਂ ਲਈ ਕੰਮ ਕਰਨ ਲਈ ਕਮੇਟੀ। ਹਾਂ, ਵੀ ਵਾਂਟ ਦਾ ਗਵਰਨਮੈਂਟ ਟੂ ਬੀ ਰਿਚ। ਮੈਂ ਤਾਂ ਚਾਹਨਾ ਸਰਕਾਰ ਕੋਲ ਪੈਸਾ ਹੋਵੇ ਤਾਂ ਸਾਡੇ ਤੇ ਲਾਵੇ। ਸੋ ਇਹ ਇੱਕ ਤਾਂ ਇਹ ਹੈ। ਦੂਜੀ ਗੱਲ ਇਹਦੇ ਨਾਲ ਜੁੜੀ ਹੋਈ, ਜੁੜੀ ਹੋਈ ਗੱਲ ਜਿਹੜੀ ਆਮ ਤੌਰ ਤੇ ਕਹੀ ਜਾਂਦੀ ਹੈ ਕਿ ਜੀ ਫੈਡਰਲਿਜ਼ਮ ਦਾ ਇਸ਼ੂ ਹੈ, ਫੈਡਰਲ ਸਟਰਕਚਰ ਨੂੰ ਇਹ ਕਰਤਾ ਉਹ ਕਰਤਾ, ਇਹ ਗੱਲਾਂ ਹੁੰਦੀਆਂ ਨੇ। ਲਓ, ਮੇਰਾ ਇਹ 'ਚ ਹੋਰ ਸੁਝਾਅ ਇੱਕ ਹੈ ਕਿ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਆਪਣੀ ਰਿਸਪੌਂਸਿਬਿਲਿਟੀ ਕਿਉਂ ਐਬਡੀਕੇਟ ਕਰਦੀ ਹੈ? ਸਰਕਾਰ ਹੈ, ਉਹ ਕਵੇ ਠੀਕ ਹੈ ਸੈਂਟਰ ਤੋਂ ਅਸੀਂ ਅਸ਼ੋਰੈਂਸ ਲੈ ਲੈਂਦੇ ਹਾਂ, ਐਮਐਸਪੀ ਵੀ ਦੇਣਗੇ, ਪ੍ਰੋਕਿਓਰਮੈਂਟ ਵੀ ਉਹ ਕਹਿੰਦੇ ਕਰਾਂਗੇ ਤੇ ਅਸੀਂ ਪ੍ਰੋਕਿਓਰ ਕਰਾਂਗੇ, ਅਸੀਂ ਐਮਐਸਪੀ ਦੇਵਾਂਗੇ ਔਰ ਅਸੀਂ ਤੁਹਾਨੂੰ ਅਸ਼ੋਰੈਂਸ ਦਿੰਦੇ ਹਾਂ, ਅਸੀਂ ਸੈਂਟਰ ਤੋਂ ਅਸ਼ੋਰੈਂਸ ਲੈ ਲੈਂਦੇ ਹਾਂ ਔਰ ਤੁਹਾਨੂੰ ਗਰੰਟੀ ਕਰਦੇ ਹਾਂ ਅਸੀਂ ਤੁਹਾਡੀ ਫਸਲ ਲੈ ਕੇ ਸੈਂਟਰ ਨੂੰ ਦੇ ਦਿਆ ਕਰਾਂਗੇ। ਸਟੇਟ ਤਾਂ ਫਾਈਟ ਹੀ ਨਹੀਂ ਕਰ ਰਹੀ ਕੋਈ ਫੈਡਰਲਿਜ਼ਮ ਲਈ। ਫੈਡਰਲਿਜ਼ਮ ਦਾ ਅਮਰਿੰਦਰ ਸਿੰਘ ਨਹੀਂ ਫਾਈਟ ਕਰ ਰਿਹਾ। ਨਹੀਂ, ਫਾਈਟ ਨਹੀਂ ਕਰ ਰਹੀ। ਮੈਂ ਇਹ ਕਹਿ ਰਿਹਾ ਫਾਈਟ ਨਾ ਕਰਨ, ਪਰ ਇੰਨੀ ਗੱਲ ਕਹਿ ਦੇਣ ਕਿ ਜਿਹੜੀ ਸੈਂਟਰ ਗਵਰਨਮੈਂਟ ਅਸ਼ੋਰੈਂਸ ਦਿੰਦੀ ਹੈ ਉਹ ਸਟੇਟ ਗਵਰਨਮੈਂਟ ਲੈ ਲਵੇ। ਤੁਸੀਂ ਸਾਨੂੰ ਸੈਂਟਰ ਨੂੰ ਕਹੇ ਸਾਨੂੰ ਅਸ਼ੋਰੈਂਸ ਦੇ ਦਿਓ ਕਿ ਤੁਸੀਂ ਪ੍ਰੋਕਿਓਰਮੈਂਟ ਵੀ ਕਰੋਗੇ, ਲਓਗੇ ਤੇ ਐਮਐਸਪੀ ਵੀ ਲਓਗੇ, ਤੇ ਮੈਂ ਅੱਗੇ ਕਿਸਾਨਾਂ ਨੂੰ ਕਹਿ ਦਿੰਦਾ ਕਿ ਮੇਰੀ ਗਰੰਟੀ ਹੈ ਮੈਂ ਤੁਹਾਡੇ ਤੋਂ ਪ੍ਰੋਕਿਓਰ ਕਰਾਂਗਾ, ਤੁਹਾਨੂੰ ਐਮਐਸਪੀ ਦੇਵਾਂਗਾ ਤੇ ਜੇ ਨਹੀਂ ਵਿਕੂਗੀ ਤੇ ਪੰਜਾਬ ਗਿਰਵੀ ਰੱਖ ਦਾਂਗਾ, ਜੇ ਅਮਰੀਕਾ ਨੇ ਖਰੀਦਣਾ ਅਮਰੀਕਾ ਖਰੀਦ ਲੇ। ਗੱਲ ਸਿਰਫ ਇੰਨੀ ਹੈ ਕਿ ਨਾ ਤਾਂ ਪੰਜਾਬ ਗਿਰਵੀ ਰੱਖਿਆ ਜਾਣਾ। ਇੱਥੇ ਮੈਂ ਕਹਿੰਦਾ ਵੀ ਜੇ ਸੈਂਟਰ ਨੇ ਸਰੈਂਡਰ ਕੀਤਾ ਮਾਰਕੀਟ ਨੂੰ, ਸਟੇਟਾਂ ਨੇ ਵੀ ਸਰੈਂਡਰ ਕੀਤਾ, ਰਾਜ ਵੀ ਸਰੈਂਡਰ ਕਰੇ ਬੈਠੇ। ਲੈਟ ਮੀ ਜੰਪ ਫਰਮ ਇਕਨੋਮਿਕਸ ਟੂ ਪੋਲਿਟਿਕਸ। ਕੀ ਸਟੇਟ ਜਿਹੜੀ ਹੈ, ਐਂਡ ਸਟੇਟ ਆਈ ਐਮ ਆਸਕਿੰਗ ਇਨ ਟਰਮਸ ਆਫ ਦ ਨੇਸ਼ਨ ਸਟੇਟ ਜਿਹੜੀ ਹੈ, ਜਿਹੜੀ ਐਸਟੈਬਲਿਸ਼ਮੈਂਟ ਹੈ ਸਾਡੀ ਰਿਆਸਤ ਹੈ ਜਿਹੜੀ, ਇਜ਼ ਇਟ ਰੋਂਗ ਇਨ ਅੰਡਰਸਟੈਂਡਿੰਗ? ਕਿਉਂਕਿ ਇਸ ਕਿਸਮ ਦਾ ਆਲਮੋਸਟ ਇੱਕ ਪ੍ਰਭਾਵ ਦਿੱਤਾ ਜਾ ਰਿਹਾ ਜਿਵੇਂ ਜਿਹੜਾ ਅੰਦੋਲਨ ਹੋ ਰਿਹਾ, ਲੋਕ ਸਟੇਟ ਦੇ ਅਗੇਂਸਟ ਖੜੇ ਹੋ ਰਹੇ ਨੇ। ਕੀ 3 ਲਾਜ਼ ਦੇ ਮੁੱਦੇ ਤੇ ਜਿਹੜੀ ਇਹ ਮੂਵਮੈਂਟ ਚੱਲ ਰਹੀ ਹੈ, ਇਹ ਕੀ ਸਟੇਟ ਦੀ ਐਕਚੁਅਲੀ ਗ੍ਰੇਟ ਰੈਕੋਗਨੀਸ਼ਨ ਨਹੀਂ ਹੈ? ਜੇ ਮੈਂ ਕਹਿੰਦਾ ਮੈਂ ਤੁਹਾਡੇ 3 ਖੇਤੀ ਕਾਨੂੰਨ ਨਹੀਂ ਮੰਨਦਾ ਤਾਂ ਇਹਦਾ ਮਤਲਬ ਮੈਂ ਤੁਹਾਨੂੰ ਤੇ ਤੁਹਾਡੇ ਇਕਬਾਲ ਨੂੰ, ਤੁਹਾਡੀ ਰਿਆਸਤ ਨੂੰ ਤਾਂ ਮੈਂ ਮੰਨ ਰਿਹਾ। ਇਹ ਤਾਂ ਸਭ ਤੋਂ ਵੱਡੀ ਰੈਕੋਗਨੀਸ਼ਨ ਹੈ। ਪਤਾ ਨਹੀਂ ਖਾਲਿਸਤਾਨੀਆਂ ਨੇ ਇਹ ਕਰਨੀ ਸੀ ਜਾਂ ਨਹੀਂ ਕਰਨੀ ਸੀ, ਕੇਸਰੀ ਝੰਡੇ ਵਾਲਿਆਂ ਨੇ ਜਾਂ ਲਾਲ ਝੰਡੇ ਵਿੱਚ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਐਲੀਮੈਂਟ ਜਿਹੜੇ ਕਹਿੰਦੇ ਨੇ ਅਸੀਂ ਤਾਂ ਇਸ ਰਿਆਸਤ ਨੂੰ ਨਹੀਂ ਮੰਨਦੇ। ਮੈਨੂੰ ਲੱਗਦਾ ਇਹ ਤਾਂ ਬਹੁਤ ਵੱਡੀ ਰੈਕੋਗਨੀਸ਼ਨ ਪ੍ਰਦਾਨ ਕਰ ਰਹੇ ਨੇ। ਡੂ ਯੂ ਥਿੰਕ ਸਟੇਟ ਇਜ਼ ਰੋਂਗ ਇਨ ਅੰਡਰਸਟੈਂਡਿੰਗ ਇਹ ਪ੍ਰੋਜੈਕਟ ਕਰਨ ਦੇ ਵਿੱਚ ਕਿ ਜੀ ਇਹ ਸਰਕਾਰ ਦੇ ਖਿਲਾਫ ਨਹੀਂ, ਇਹ ਤਾਂ ਰਿਆਸਤ ਦੇ ਖਿਲਾਫ ਕੋਈ ਜੁਰਮ ਹੋ ਰਿਹਾ ਹੈ, ਇਹ ਤਾਂ ਨੇਸ਼ਨ ਸਟੇਟ ਨੂੰ ਹੀ ਨਹੀਂ ਪਸੰਦ ਕਰਦੇ? ਦੇਖੋ, ਮੈਂ ਉਹੀ ਕਿਹਾ ਵੀ ਸਟੇਟ ਵੱਲੋਂ ਵੀ ਕਈ ਤਰ੍ਹਾਂ ਦੇ ਨੈਰੇਟਿਵਸ ਹੈਗੇ, ਪਰ ਮੈਂ ਜੇ ਸਟੇਟ ਦਾ ਇਹ ਦੇਖਾਂ ਵੀ ਸਟੇਟ ਇਹਨਾਂ ਨਾਲ ਨੈਗੋਸ਼ੀਏਟ ਕਰ ਰਹੀ ਹੈ, ਗੱਲਬਾਤ ਕਰ ਰਹੀ ਹੈ, ਇਹਦਾ ਮਤਲਬ ਸਟੇਟ ਰਿਕੋਗਨਾਈਜ਼ ਕਰਦੀ ਹੈ ਵੀ ਇਸ ਮੂਵਮੈਂਟ 'ਚ ਕਿਤੇ ਨਾ ਕਿਤੇ ਕੋਈ ਸਹੀ ਗੱਲਾਂ ਵੀ ਹੈਗੀਆਂ ਨੇ ਜੀ। ਕਿਉਂਕਿ ਸਟੇਟ ਦਾ ਇੱਕ ਆਪਣਾ ਇਹ ਵੀ ਰੋਲ ਹੈ ਕਿ ਵੈਲਫੇਅਰ ਸਟੇਟ ਹੈ। ਵੈਲਫੇਅਰ ਸਟੇਟ ਦਾ ਕੰਮ ਹੈ ਕਿ ਮੈਂ ਲੋਕਾਂ ਤੱਕ ਅਨਾਜ ਪਹੁੰਚਾਵਾਂ। Perhaps कथा-कलामी माफ़ी पर कितने स्टेट इस गल नहीं कर रही गलबात कि स्टेट अंडरस्टैंड्स
ਕਿ ਦਿਸ ਇਜ਼ ਦਾ ਬਲੋਬੈਕ। ਇਹ ਪੁਸ਼ਬੈਕ ਆਇਆ ਵੱਡਾ, ਔਰ ਉਹ 91 ਤੋਂ ਗਿਣਦੇ ਨੇ, ਤੁਸੀਂ ਉਹਨਾਂ ਦੀ ਨਿਸ਼ਾਨਦੇਹੀ 85 86 ਤੋਂ ਹੀ ਕਰ ਦਿੱਤੀ ਹੈ ਕਿ ਉਸ ਵੇਲੇ ਤੋਂ ਲੈ ਕੇ ਜਿਹੜੀਆਂ ਨੀਤੀਆਂ ਲਗਾਤਾਰ ਚੱਲੀਆਂ ਆ ਰਹੀਆਂ ਸਨ, ਤੁਸੀਂ ਕਿਸਾਨਾਂ ਤੋਂ, ਕਾਮਿਆਂ ਤੋਂ, ਹਰ ਕਿਸਮ ਦੇ ਹਿੰਦੁਸਤਾਨ ਦੇ ਵੈਲਥ ਪ੍ਰੋਡਿਊਸਿੰਗ ਲੋਕਾਂ ਤੋਂ ਉਹਨਾਂ ਦੀ ਏਜੰਸੀ ਖੋ ਰਹੀ ਸੀ ਸਟੇਟ। ਤੇ ਹੁਣ ਜਦੋਂ ਫਾਈਨਲ ਏਜੰਸੀ ਜਾ ਰਹੀ ਹੈ, ਲੈਂਡ ਦੇ ਨਾਲ ਬਹੁਤ ਰੈਕੋਗਨੀਸ਼ਨ ਸੀ ਇਸ ਏਜੰਸੀ ਦੀ, ਉਹ ਜਦੋਂ ਏਜੰਸੀ ਜਾ ਰਹੀ ਹੈ ਤਾਂ ਇਹ ਵੱਡਾ ਪੁਸ਼ਬੈਕ ਆਇਆ ਸਟੇਟ ਨੂੰ, ਇਹਦੇ ਚੋਂ ਰੈਵੋਲੂਸ਼ਨ ਦੀਆਂ ਚਿੰਗਾਰੀਆਂ ਨਜ਼ਰ ਆ ਰਹੀਆਂ ਨੇ, ਇਸ ਕਰਕੇ ਸਟੇਟ ਗੱਲ ਕਰ ਰਹੀ ਹੈ। ਦੇਖੋ ਗੱਲ ਇਹ ਹੈ ਕਿ ਇਹਦੇ ਵਿੱਚ ਸਟੇਟ ਨੂੰ ਇਹ ਕੋਈ ਚਿੰਗਾਰੀਆਂ ਉੱਚ ਨਜ਼ਰ ਨਹੀਂ ਆਉਂਦੀ, ਕਿਉਂਕਿ ਸਟੇਟ ਨਾ ਇੱਕ ਕੰਪਲੈਕਸ ਐਂਟੀਟੀ ਹੁੰਦੀ। ਇੱਕ ਲੈਵਲ ਤੇ ਸਟੇਟ ਨੂੰ ਇਹ ਵੀ ਲੱਗਦਾ ਹੈ ਕਿ ਅਸੀਂ ਵੈਲਫੇਅਰ ਦਾ ਇੱਕ ਮੁਖੌਟਾ ਵੀ ਸਾਡੇ ਕੋਲ ਹੈਗਾ, ਖਾਲੀ ਅਸੀਂ ਮਾਰਕੀਟ ਦੀ ਤਰ੍ਹਾਂ ਕੈਲਸ ਵੀ ਨਹੀਂ ਹੋ ਸਕਦੇ। ਤੇ ਸਟੇਟ ਨੈਗੋਸ਼ੀਏਸ਼ਨ ਵੀ ਕਰਦੀ ਹੈ, ਮਿਡਲ ਪਾਥ ਵੀ ਲੱਭਦੀ ਹੈ। ਅਸੀਂ ਇਹਨੂੰ ਕਹਿੰਦੇ ਆ ਸਟੇਟ ਵਾਰ-ਵਾਰ ਆਪਣੇ ਨੂੰ ਰੀਇਨਵੈਂਟ ਕਰਦੀ ਹੈ, ਪਰ ਰੀਇਨਵੈਂਟ ਜਦੋਂ ਕਰਦੀ ਹੈ ਉਦੋਂ ਥੋੜਾ ਈਗੋ ਵਿੱਚ ਆਉਂਦੀ ਹੈ, ਪ੍ਰੈਸਟੀਜ ਵੀ ਥੱਲੇ ਆਉਂਦੀ ਹੈ। ਹੁਣ ਜਦੋਂ ਇਹ ਕਾਨੂੰਨ ਵਾਪਸ ਲੈਣ ਦੀ ਗੱਲ ਆਉਂਦੀ ਹੈ, ਸਟੇਟ ਨੂੰ ਲੱਗਦਾ ਹੈ ਕਿ ਇਹ ਡੈਮੋਕ੍ਰੇਸੀ ਨੂੰ ਬਹੁਤ ਵੱਡਾ ਖਤਰਾ ਹੋਏਗਾ ਜੇ ਅਸੀਂ ਇਹ ਕਾਨੂੰਨ ਵਾਪਸ ਲੈ ਲਈ ਤਾਂ ਹੋਰ ਕਈ ਕਾਨੂੰਨ ਵਾਪਸ ਲੈਣੇ ਪੈਣਗੇ। ਸੋ ਮੈਨੂੰ ਸਿਰਫ ਇਹਦੇ 'ਚ ਇੱਕੋ ਹੀ ਗੱਲ ਮੈਂ ਜਿਹੜੀ ਇਹ 'ਚ ਰਜਿਸਟਰ ਕਰਨਾ ਚਾਹੁੰਦਾ ਕਿ ਸਟੇਟ ਜੇ ਕਾਨੂੰਨ ਵਾਪਸ ਨਾ ਲੈ ਲਏ ਤੇ ਆਪਣੇ ਆਪ ਨੂੰ ਰੀਅਲ ਵੈਲਫੇਅਰ ਹੀ ਕਰ ਲਵੇ ਕਿ ਮੈਂ ਵੈਲਫੇਅਰ ਸਟੇਟ ਹਾਂ ਤੇ ਮੈਂ ਸਾਰਾ ਕੰਮ ਆਪ ਕਰਾਂਗਾ, ਪ੍ਰੋਕਿਓਰ ਕਰਾਂਗਾ, ਸਭ ਕਰਾਂਗਾ, ਮਾਰਕੀਟ ਦੇਵਾਂ, ਕਿਸਾਨ ਦੇ ਇੰਟਰਸਟ ਨੂੰ। ਇਹਦੇ ਨਾਲ ਮੈਂ ਜੁੜੀ ਹੋਈ ਗੱਲ ਹੀ ਕਹਿਦਾ ਕਿ ਡਾਇਵਰਸੀਫਿਕੇਸ਼ਨ ਦੀ ਗੱਲ ਬੜੀ ਹੁੰਦੀ ਹੈ। ਮੈਂ ਇਹਨੂੰ ਬੜਾ ਫੈਸ਼ਨੇਬਲ ਸਮਝਦਾ ਗੱਲ ਨੂੰ, ਕਿ ਵੀ ਇਸ ਕਰਕੇ ਫੈਸ਼ਨੇਬਲ ਕਿ ਤੁਸੀਂ ਕਹਿੰਦੇ ਜੇ ਡਾਇਵਰਸੀਫਾਈ ਕਰ ਲੈਂਦੇ ਤੇ ਕਿਸਾਨ ਦੀ ਇਨਕਮ ਵੱਧ ਜਾਂਦੀ ਨਾ। ਮੇਰਾ ਆਰਗੂਮੈਂਟ ਇਹ ਹੈ ਕਿ ਫੂਡ ਅਸੀਂ ਗਰੋ ਕਰਨਾ ਫੂਡ ਸਿਕਿਉਰਿਟੀ ਲਈ, ਨੈਸ਼ਨਲ ਸਿਕਿਉਰਿਟੀ ਲਈ, ਤੇ ਮੈਂ ਜੇ ਫੂਡ ਜਦੋਂ ਗਰੋ ਕਰਦਾ ਤੇ ਮੈਂ ਉਨੀ MSP ਦੇਦਾ ਜਿੰਨੀ ਮੈਨੂੰ ਆਇਲ ਸੀਡ ਗਰੋ ਕਰਕੇ ਮਿਲਣੀ ਹੈ ਕਿਸਾਨ ਨੂੰ। ਕਿਸਾਨ ਦੀ ਤਾਂ ਇਨਕਮ ਹੋਗੀ। ਮੇਰਾ ਕੰਮ ਹੈ ਜਿਹੜੇ ਲੋਕ ਇਹਨਾਂ ਕੋਲ ਫੂਡ ਹੈ ਨਹੀਂ ਉਹਨੂੰ ਫੂਡ ਦੇਣਾ, ਇਹ ਸਟੇਟ ਦਾ ਕੰਮ ਹੈ। ਤੇ ਮੈਂ ਡਾਇਵਰਸੀਫਾਈ ਕਰਨਾ ਹੋਵੇ ਤੇ ਮੱਧ ਪ੍ਰਦੇਸ਼ 'ਚ ਕਰ ਲੈਣਾ, ਵੈਸਟਰਨ UP 'ਚ ਕਰ ਲੈਣਾ, ਜਿੱਥੇ ਉਹ ਉਹਨਾਂ ਨੂੰ ਮੈਂ ਹੁਣ ਕਣਕ ਉਹ ਲਾਉਣ ਨੂੰ ਲਾਤਾ, ਉਹ ਫੂਡ ਹੁਣ ਗਰੋ ਕਰਨਗੇ, ਭਾਈ ਉਹਨਾਂ ਤੋਂ ਡਾਇਵਰਸੀਫਾਈ ਕਰ ਲਓ, ਉੱਥੇ ਆਇਲ ਸੀਡ ਗਰੋ ਕਰ ਲਓ, ਉਹਨਾਂ ਦੀ ਇਨਕਮ ਵਧਾ ਲਓ। ਇੱਥੇ ਕਿਸਾਨ ਨੂੰ ਉਨੀ ਇਨਕਮ ਦੇ ਦਿਓ ਜਿੰਨੀ ਕਿ ਉਹਨੂੰ ਕਮਰਸ਼ੀਅਲ ਕ੍ਰੌਪ ਉਗਾ ਕੇ ਮਿਲਣੀ ਸੀ। ਦੇयर इज ਐਨ ਐਸੈਂਸ਼ੀਅਲ ਐਕਸਪਲੋਇਟੇਟਿਵ ਐਲੀਮੈਂਟ ਹੈ ਸਟੇਟ ਦਾ, ਹਮੇਸ਼ਾ ਰਿਹਾ। ਅਸੀਂ ਇਸੇ ਸਟੇਟ ਨੂੰ ਇਸੇ ਤਰੀਕੇ ਨਾਲ ਪੂਸਾ ਇੰਸਟੀਚਿਊਟ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਇਹ ਸਭ ਸੰਸਥਾਵਾਂ ਬਣਾ ਕੇ ਇੱਕ ਕੈਪੀਟਲ ਇੰਟੈਂਸਿਵ ਐਗਰੀਕਲਚਰ ਦਾ ਮਾਡਲ ਪੁਸ਼ ਕਰਦੇ ਹਾਂ। ਆਪਣੇ ਸਾਹਮਣੇ ਦੇਖਿਆ ਹੈ ਰਬੀ ਪ੍ਰੈਕਟਿਸਿਸ, ਖਰੀਫ ਪ੍ਰੈਕਟਿਸਿਸ ਦੀਆਂ ਕਿਤਾਬਾਂ ਛਾਪ ਕੇਵਲ ਇਹ ਨਹੀਂ ਕਿ ਬੂਟੇ ਕਿੰਨੀ ਦੂਰੀ ਤੇ ਲਾਓ, ਬਲਕਿ ਇਸ ਮੌਸਮ ਵਿੱਚ ਇਹ ਵਾਲੀ ਖਾਦ ਪਾਓ, ਇਹ ਵਾਲੀ ਕੀੜੇ ਮਾਰ ਦਵਾਈ, ਇਹ ਵਾਲੀ ਹੋਰ ਫਰਟੀਲਾਈਜ਼ਰ ਪਾਓ, ਟਰੈਕਟਰ ਖਰੀਦੋ, ਕੰਬਾਈਨਾਂ ਲਾਓ, ਤਮਾਮ ਤਰ੍ਹਾਂ ਦੇ ਸੰਦ। ਕਿਸਾਨਾਂ ਦਾ ਜਿਹੜਾ ਕਿਸਾਨ ਮੇਲਾ ਹੁੰਦਾ ਯੂਨੀਵਰਸਿਟੀ ਦਾ, ਉਹ ਮੈਕਨਾਈਜੇਸ਼ਨ ਦੀ ਇੱਕ ਵੱਡੀ ਐਗਜ਼ੀਬਿਸ਼ਨ ਹੁੰਦੀ ਹੈ। ਇਹ ਸਾਰੇ ਦੇ ਵਿੱਚ ਮੇਰਾ ਖਿਆਲ ਜਿਸ ਵੇਲੇ ਤੋਂ ਇਹ ਕਹਿੰਦੇ ਨੇ ਕਿ ਪਾਲਿਸੀਜ਼ ਆ ਗਈਆਂ ਸੀ ਗਲੋਬਲਾਈਜੇਸ਼ਨ ਦੀਆਂ, ਉਸੇ ਵੇਲੇ ਹੀ ਵੰਦਨਾ ਸ਼ਿਵਾ ਵਾਲੀ ਕਿਤਾਬ ਆ ਗਈ ਸੀ, ਵਾਇਲੈਂਸ ਆਫ ਦਾ ਗ੍ਰੀਨ ਰੈਵੋਲੂਸ਼ਨ। ਸੋ ਸਾਨੂੰ ਉਸ ਵੇਲੇ ਪਤਾ ਸੀ 1991 'ਚ ਸਾਨੂੰ ਪਤਾ ਸੀ ਕਿ ਇਹ ਸਾਡੇ ਖੇਤਾਂ ਨਾਲ, ਮਿੱਟੀ, ਪਵਨ ਪਾਣੀ ਨਾਲ ਕੀ ਕਰ ਰਹੀ ਹੈ। ਤਾਂ ਫਿਰ ਅੱਜ ਤਾਂ ਅਸੀਂ 2021 ਦੇ ਵਿੱਚ ਬੈਠੇ ਹਾਂ। ਅਸੀਂ 3 ਦਹਾਕੇ ਜੇ ਸਟੇਟ ਦਾ ਐਕਸਪਲੋਇਟੇਟਿਵ ਕਰੈਕਟਰ ਰਹਿੰਦਾ ਤਾਂ ਅੱਜ ਅਸੀਂ ਸਟੇਟ ਦਾ ਕੋਈ ਵੈਲਫੇਅਰ ਏਜੰਡਾ ਵੀ ਹੋਵੇਗਾ, ਇਹਦੇ ਤੇ ਕਿਸਾਨ ਕਿੱਦਾਂ ਇਤਬਾਰ ਕਰ ਲਵੇ। ਨਹੀਂ ਤੁਸੀਂ ਦੇਖੋ ਇਹਦੇ 'ਚ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਹੈ, ਜੇ ਮੀਡੀਅਮ ਲੱਗਦੀ ਹੈ ਕਿ ਸਟੇਟ ਦਾ ਜਿਹੜਾ ਇੱਕ ਮੇਨ ਫੰਕਸ਼ਨ ਹੈ ਡਿਸਟ੍ਰੀਬਿਊਟਿਵ ਜਸਟਿਸ ਦਾ ਜੀ। ਫੂਡ ਤੇ ਜਦੋਂ ਮੈਂ ਗੱਲ ਕਰਦਾ ਤੇ ਉਦੋਂ ਮੈਂ ਡਿਸਟ੍ਰੀਬਿਊਟਿਵ ਜਸਟਿਸ ਨੂੰ ਕੋਰ ਮੰਨਦਾ। ਉਹਦੇ ਵਿੱਚ ਸਾਰਾ ਕੁਝ ਆਉਂਦਾ, ਉਹਦੇ ਫੂਡ ਵੀ ਆਉਂਦਾ, ਉਹਦੇ ਚ ਨਿਆਂ ਵੀ ਆਉਂਦਾ, ਸਿੱਖਿਆ ਵੀ ਆਉਂਦੀ, ਸਿਹਤ ਆਉਂਦੀ, ਸਭ ਕੁਝ ਆਉਂਦਾ। ਪਰ ਜੇ ਮੈਂ ਸੋਚਾਂ ਕਿ ਸਿਰਫ ਮੈਂ ਐਫੀਸ਼ੀਐਂਸੀ ਤੇ ਪ੍ਰੋਡਕਸ਼ਨ ਹੀ ਵਧਾਣੀ ਹੈ ਤੇ ਮੈਂ ਉਹ ਚ ਡਿਸਟ੍ਰੀਬਿਊਟ ਕਿੱਦਾਂ ਕਰਨਾ, GDP ਵਧਾਣੀ ਹੈ, ਫਿਰ ਤਾਂ ਲਾਲਾ ਜੀ ਦੀ ਦੁਕਾਨ ਹੈ ਨਾ। ਹਾਂਜੀ, ਤੇ ਤੁਸੀਂ ਇਹ ਕੀ ਕਹਿ ਰਹੇ ਹੋ ਕਿ ਐਫੀਸ਼ੀਐਂਸੀ ਵੱਧ ਜਾਊਗੀ, ਕਾਰਪੋਰੇਟ ਆ ਜਾਏਗਾ, ਵੱਡੇ ਫਾਰਮ ਹੋ ਜਾਣਗੇ, ਟੈਕਨੋਲੋਜੀ ਆ ਜਾਏਗੀ, ਐਗਰੀਕਲਚਰ ਵਧੀਆ ਕਰਨ ਲੱਗ ਜਾਏਗੀ। ਉਹੀ ਸਭ ਕੁਝ ਹੋ ਰਿਹਾ ਸੀ PAU ਦੇ ਵਿੱਚ। ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਇੱਥੇ, ਐਗਰੀਕਲਚਰ ਤਾਂ ਬਹੁਤ ਵਧੀਆ ਕਰ ਜੂਗੀ, ਪਰ ਇੱਕ ਕਿਸਾਨ ਉਹਦਾ ਕੀ ਹੋਊਗਾ? ਇੱਕ ਜਿਹੜਾ ਗਰੀਬ ਹੈ ਜਿਹਨੂੰ ਖਾਣਾ ਮਿਲਦਾ, ਤੁਸੀਂ ਉਹਨੂੰ ਕਹਿ ਦਿੰਦੇ ਹੋ ਕਿ ਐਫੀਸ਼ੀਐਂਸੀ ਜਿਹੜੀ ਹੈਗੀ ਹੈ ਉਹ ਐਫੀਸ਼ੀਐਂਟਲੀ ਐਲੀਮੀਨੇਟ ਕਰੇਗੀ ਇੱਕ ਕਿਸਾਨ ਨੂੰ, ਕਿਸਾਨ ਮਜ਼ਦੂਰ ਨੂੰ, ਉਹਨੂੰ ਐਫੀਸ਼ੀਐਂਟਲੀ ਕਿਸਾਨ ਨੂੰ ਜ਼ਮੀਨ ਤੋਂ ਅਲੱਗ ਕਰ ਦੇਗੀ, ਜ਼ਮੀਨ ਨੂੰ ਹੋਰ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾਏਗਾ ਤੇ ਕੋਈ ਹੋਰ ਜਿਹਦਾ ਨਾਮ ਅੱਜ ਕੱਲ੍ਹ ਵੱਡੇ ਟਾਵਰਾਂ ਤੇ ਲਿਖਿਆ ਹੋਇਆ ਇਹਦੇ ਚੋਂ ਪੈਸਾ ਕਮਾਣਗੇ। ਸੋ ਇਹਦਾ ਮਤਲਬ ਇਹ ਹੈ ਕਿ ਐਫੀਸ਼ੀਐਂਸੀ ਮੇਰਾ ਕੋਰ ਪ੍ਰਿੰਸੀਪਲ ਬਣ ਗਿਆ ਕਿ ਮੈਂ ਐਫੀਸ਼ੀਐਂਟਲੀ ਔਰ ਇਫੈਕਟਿਵਲੀ ਲੋਕਾਂ ਲਈ ਟ੍ਰੈਜਡੀਜ਼ ਪ੍ਰੋਡਿਊਸ ਕਰਾਂਗਾ ਤੇ ਮੈਨੂੰ ਸਪੋਰਟ ਕਰੋ, ਤੇ ਇੱਕ ਪਾਸੇ ਮੈਂ ਪ੍ਰੋਡਕਸ਼ਨ ਵੀ ਵਧਾ ਲਾਂਗਾ। ਸੋ ਐਫੀਸ਼ੀਐਂਸੀ ਆਪਣੇ ਆਪ 'ਚ ਕੋਈ ਵੈਲਿਊ ਨਹੀਂ ਹੋਇਆ ਕਰਦੀ। ਸੋ ਲੈਟ ਮੀ ਆਸਕ ਦਿਸ, ਕੀ ਆਈਡੀਆ ਆਫ ਸਟੇਟ ਬਦਲ ਗਿਆ ਹੈ? ਮਤਲਬ ਕਿ ਹੁਣ ਸਟੇਟ ਇੱਕ ਪ੍ਰਾਈਵੇਟ ਐਂਟੀਟੀ ਦੇ ਤੌਰ ਦੇ ਉੱਤੇ ਦੇਖੀ ਜਾਵੇ। ਮਤਲਬ ਇਟਸ ਨਾਟ ਕਿ ਸਰਕਾਰ ਹੈ ਚੰਗੀ ਹੈ ਜਾਂ ਮਾੜੀ ਹੈ, ਚੰਗੀਆਂ ਸਰਕਾਰਾਂ ਆਉਂਦੀਆਂ ਨੇ, ਮਾੜੀਆਂ ਆਉਂਦੀਆਂ ਨੇ।
ਇਹ ਹੁਣ ਐਕਚੁਅਲੀ ਸਰਕਾਰ ਨਹੀਂ ਹੈ, ਇਹ ਪ੍ਰੋਕਸੀ ਹੈ ਕਿਸੇ ਹੋਰ ਦੀ, ਕੋਈ ਹੋਰ ਅਸਲ ਵਿੱਚ ਮਾਲਕ ਹੈ ਤੇ ਇਹ ਉਹਦੀ ਜਗ੍ਹਾ ਦੇ ਉੱਤੇ ਬੈਠੇ ਹੋਏ ਨੇ। ਇਹ ਇੱਕ ਇਹੋ ਜਿਹਾ ਬਿਆਨੀ ਹੈ ਕਿ ਇਸ ਤਰ੍ਹਾਂ ਦਾ ਨੈਰੇਟਿਵ ਹੈ, ਡਿਸਕੋਰਸ ਹੈ, ਜਿਹੜਾ ਸਿੰਘੂ ਬਾਰਡਰ ਦੇ ਉੱਤੇ ਬਹੁਤ ਪੜ੍ਹੇ ਲਿਖੇ ਨੂੰ ਤੇ ਬਿਲਕੁਲ ਅਨਪੜ੍ਹ ਕਿਸਾਨ ਦੋਹਾਂ ਨੂੰ ਇੱਕੋ ਜਿਹੇ ਸਾਫ਼ ਗੋਚਰੇ ਤਰੀਕੇ ਨਾਲ ਸਮਝ ਆ ਰਿਹਾ। ਤੇ ਇਸੇ ਕਰਕੇ ਜੇ ਉਹ ਟਾਵਰਾਂ ਨੂੰ ਤਾਲੇ ਲਾਉਣ ਜਾਂਦੇ ਨੇ, ਤਾਲੇ ਚੜਨ ਜਾਂਦੇ ਨੇ, ਤਾਂ ਇਸ ਕਰਕੇ ਕਿ ਇਹ ਸਮਝ ਉਹਨਾਂ ਦੀ ਵਿਕਸਿਤ ਹੋ ਗਈ ਹੈ ਕਿ ਸਟੇਟ ਦੀ ਖਾਸਾ, ਸਟੇਟ ਦੀ ਨੇਚਰ ਬਦਲ ਗਈ ਹੈ। ਸਟੇਟ ਇਹਨੂੰ ਬਦਲਣ ਲਈ, ਇਸ ਪਰਸੈਪਸ਼ਨ ਨੂੰ ਠੀਕ ਕਰਨ ਲਈ ਕੀ ਕਰ ਰਹੀ ਹੈ? ਕੀ ਤੁਸੀਂ, ਮੈਂ ਇਸ ਕਰਕੇ ਪਹਿਲਾਂ ਪੁੱਛਿਆ ਸੀ, ਕੀ ਤੁਸੀਂ ਕੋਈ ਮੇਜਰ ਕਨਫਲਿਕਟ ਦੇਖ ਰਹੇ ਹੋ ਸਟੇਟ ਵਰਸਸ ਪੀਪਲ? ਕੀ ਇਹ ਸਟੇਟ ਵਰਸਸ ਪੀਪਲ 1 ਹੈ ਤੇ ਸਟੇਟ ਵਰਸਸ ਪੀਪਲ 2.0 ਬਹੁਤ ਖਤਰਨਾਕ ਕੋਈ ਚੀਜ਼ ਹੋ ਸਕਦੀ ਹੈ? ਦੇਖੋ, ਤੁਸੀਂ ਵਾਰ-ਵਾਰ ਮੈਨੂੰ ਇਹ ਕਹਿ ਰਹੇ ਹੋ ਕਿ ਸਟੇਟ ਵਾਟ ਐਲਸ ਇਜ਼ ਰੈਵੋਲੂਸ਼ਨ, ਹਾਂ, ਸਟੇਟ ਵਰਸਸ ਪੀਪਲ ਮੈਨੂੰ ਕਹਿ ਰਹੇ ਹੋ ਵੀ ਇਹ ਹੋਏਗਾ। ਇਹ ਇਦਾਂ ਨਹੀਂ ਹੋਇਆ ਕਰਦਾ, ਕਿਉਂਕਿ ਜਦੋਂ ਅਲੱਗ-ਅਲੱਗ ਤਰ੍ਹਾਂ ਦੀਆਂ ਜਮਾਤਾਂ ਸਟੇਟ ਦੇ ਵਿੱਚ ਹੁੰਦੀਆਂ ਨੇ, ਕੁਝ ਜਮਾਤਾਂ ਨੂੰ ਇਹ ਸਟੇਟ ਦੀ ਪੋਲਿਟਿਕਸ ਜ਼ਰੂਰ ਫਾਇਦਾ ਪਹੁੰਚਾਉਂਦੀ ਹੈ। ਜਿਹੜੇ ਬੰਦੇ ਮਾਰਜਨਸ ਆਫ ਸਟੇਟ ਤੇ ਹੁੰਦੇ ਨੇ, ਇੱਕ ਗਰੀਬ ਕਿਸਾਨ, ਇੱਕ ਗਰੀਬ ਮਜ਼ਦੂਰ ਹੈ, ਉਹ ਹੌਲੀ ਹੌਲੀ ਉਹ ਪ੍ਰੋਸੈਸ ਚੋਂ ਨਿਕਲ ਜਾਂਦੇ ਨੇ, ਉਹਨਾਂ ਕੋਲ ਐਸੈਟ ਨਹੀਂ ਰਹਿੰਦੇ, ਇਨਕਮ ਨਹੀਂ ਰਹਿੰਦੀ। ਪਰ ਇੱਕ ਹੋਰ ਤਬਕਾ ਜਿਹੜਾ ਹੈਗਾ ਉਹ ਸਟੇਟ ਨੂੰ ਕੰਟਰੋਲ ਕਰਨ ਲੱਗ ਜਾਂਦਾ ਹੈ। ਜਦੋਂ ਮੈਂ ਕਈ ਵਾਰ ਜਿਵੇਂ ਮਿਡਲ ਕਲਾਸ ਸਾਡੀ ਮੂਵ ਇਨ ਕੀਤੀ, ਜਦੋਂ ਮੈਂ ਕਈ ਵਾਰ ਕਿਹਾ ਕਿ ਜਦੋਂ ਅਸੀਂ ਕਹਿੰਦੇ ਆ ਕਿ ਵੀ ਜਿਹੜੇ ਲੋਕ ਵੋਟਾਂ ਪਾਉਂਦੇ ਨੇ, ਸਰਕਾਰ ਉਹਨਾਂ ਦੀ ਨਹੀਂ ਬਣਦੀ। ਜਿਹੜੇ ਲੋਕ ਸਰਕਾਰ ਨੂੰ ਚਲਾਉਂਦੇ ਨੇ, ਸਾਡੇ ਵਰਗੇ, ਸਰਕਾਰ ਉਹਨਾਂ ਦੀ ਹੁੰਦੀ ਹੈ। ਤੇ ਉਦੋਂ ਅਸੀਂ ਇਹ ਕਹਿਣ ਲੱਗ ਜਾਂਦੇ ਆ, ਉਦੋਂ ਤੋਂ ਅਸੀਂ ਪ੍ਰੋਮਿਸ ਕਰਕੇ ਆਉਂਦੇ ਆ ਵੀ ਤੁਹਾਨੂੰ ਇਹ ਦੇਵਾਂਗੇ। ਉਹਨਾਂ ਨੂੰ ਅਸੀਂ ਜਦੋਂ ਪਾਵਰ 'ਚ ਆ ਜਾਂਦੇ ਆ, ਅਸੀਂ ਕਹਿੰਦੇ ਆ, ਸਾਡੇ ਵਰਗੇ ਬੰਦੇ ਸਮਝਾਉਂਦੇ ਨੇ ਸਰਕਾਰ ਨੂੰ ਵੀ ਇਹ ਤਾਂ ਖੈਰਾਤ ਹੈ, ਇਹ ਤਾਂ ਡੋਲਦ ਹੈ, ਇਹ ਨਹੀਂ ਦੇਣੀਆਂ ਚਾਹੀਦੀਆਂ। ਅਸੀਂ ਸਬਸਿਡੀ ਨੂੰ ਵੀ ਡੋਲ ਕਹਿਣ ਲੱਗ ਜਾਂਦੇ ਆ। ਅੱਜ ਜੇ USA ਦੇ ਵਿੱਚ, ਆਪਾਂ ਪਹਿਲੇ ਵੀ ਬੜੀ ਵਾਰ ਗੱਲ ਕੀਤੀ ਹੈ, $60,000 ਜੇ ਪਰ ਫਾਰਮਰ ਨੂੰ ਸਬਸਿਡੀ ਮਿਲਦੀ ਹੈ, ਤੇ ਹਿੰਦੁਸਤਾਨ 'ਚ $260 ਕਿਉਂ ਖਾਲੀ ਮਿਲਦੀ ਹੈ? ਤੁਸੀਂ ਇੱਥੇ ਸਬਸਿਡੀ ਕਿਉਂ ਨਹੀਂ ਇਹਨੂੰ ਵਧਾ ਸਕਦੇ? ਜੇ ਅਸੀਂ ਪਾਲਿਸੀ ਜਿਹੜੀਆਂ ਨੇ USA ਵਰਗੀਆਂ ਹੀ ਲਿਆਣੀਆਂ ਨੇ, ਤੇ ਕਮ ਸੇ ਕਮ USA ਵਾਂਗੂ ਸਬਸਿਡੀ ਤਾਂ ਦੇ ਦਿਓ ਕਿ ਕਿਸਾਨ ਕੱਲ ਨੂੰ ਭੁੱਖਾ ਨਾ ਮਰੇ, ਤੇ ਕਿਸਾਨ ਦੇ ਨਾਲ ਇੱਕ ਗਰੀਬ ਆਦਮੀ ਭੁੱਖਾ ਨਾ ਮਰੇ, ਉਹਦੇ ਨਾਲ ਦੇਸ਼ ਦੀ ਸਿਕਿਉਰਿਟੀ ਖਤਰੇ 'ਚ ਨਾ ਪਏ। ਮੈਂ ਪੀਪਲ ਵਰਸਸ ਸਟੇਟ ਮੈਨੂੰ ਲੱਗਦਾ ਥੋੜਾ ਜਿਹਾ ਜ਼ਿਆਦਾ ਗਿਆ, ਤਾਂ ਮਤਲਬ ਵਾਟ ਆਈ ਵਾਂਟਡ ਟੂ ਸੇ ਵਾਸ ਪੀਪਲ ਵਰਸਸ ਸਟੇਟ ਦਾ ਇਦਾਂ ਲੱਗਦਾ ਜਿੱਦਾਂ ਬੰਦਾ ਤਾਜ਼ਾ ਅਰੁੰਧਤੀ ਰਾਏ ਪੜ੍ਹ ਕੇ ਆਇਆ ਹੋਵੇ ਤੇ ਗਰਮ ਹੋਇਆ ਹੋਵੇ। ਵਾਟ ਆਈ ਐਮ ਆਸਕਿੰਗ ਇਜ਼ ਕਿ ਕੀ ਕ੍ਰਾਈਸਿਸ ਆਫ ਕੌਨਫੀਡੈਂਸ ਤਾਂ ਹੈ ਪੀਪਲ ਤੇ ਸਰਕਾਰ ਦੇ ਵਿੱਚ, ਬਿਟਵੀਨ ਪੀਪਲ ਐਂਡ ਗਵਰਨਮੈਂਟ? ਨਹੀਂ, ਮੈਂ ਤੁਹਾਨੂੰ ਦੱਸਦਾ, ਜਦੋਂ ਪਾਰਟੀਆਂ ਨੂੰ ਬਾਹਰ ਰੱਖਿਆ ਤੇ ਇੱਕ ਟਰਸਟ ਡੈਫਿਸਿਟ, ਪਾਰਟੀਆਂ ਮੀਡੀਏਟਿੰਗ ਫੈਕਟਰ ਸੀਗੀਆਂ, ਉਹ ਬਾਹਰ ਹੋ ਗਈਆਂ। ਨੈਚੁਰਲੀ ਪੋਲੀਟੀਕਲ ਪਾਰਟੀ ਜਿਹੜੀਆਂ ਨੇ, ਉਹ ਹੁਣ ਉਹਨਾਂ ਡੇਂਜਰਸ ਸਿਚੁਏਸ਼ਨ ਹੈ ਜੇ ਮੀਡੀਏਟਰ ਵਿੱਚ ਨਾ ਰਵੇ। ਨਹੀਂ, ਇਸੇ ਕਰਕੇ ਮੈਂ ਕਿਹਾ ਕਿ ਇੱਕ ਨਵੀਂ ਪਾਰਟੀ ਦੀ ਹੋਂਦ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਪਹਿਲੇ ਵੀ ਨਵੀਆਂ ਪਾਰਟੀਆਂ ਆਉਂਦੀਆਂ ਰਹੀਆਂ ਤੇ ਉਹ ਵੀ ਮੇਨ ਸਟ੍ਰੀਮ ਹੋ ਗਈਆਂ ਨੇ, ਉਹ ਵੀ ਉਸੇ ਹੀ ਰਾਜਨੀਤੀ ਦਾ ਹਿੱਸਾ ਹੋ ਗਈਆਂ ਜਿਹੜੇ ਪਹਿਲੇ ਵਾਲੀ ਰਾਜਨੀਤੀ ਸੀ। ਇਹਦਾ ਕੋਈ ਇੰਤਜ਼ਾਰ ਕਰ ਰਹੇ ਨੇ ਤੋਮਰ ਸਾਹਿਬ ਪੀਸ਼ ਗੋਇਲ ਤੇ ਮੋਦੀ ਜੀ? ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ, ਵਾਪਸ ਆਵਾਂਗੇ। ਖਾਸ ਤੌਰ ਤੇ ਇੱਕ ਸਵਾਲ ਪੁੱਛਣ ਲਈ ਤੁਹਾਡੇ ਤੋਂ ਕਿ ਇਹ ਜਿਹੜਾ ਬਾਰਡਰ ਤੇ ਅੰਦੋਲਨ ਜਿਸ ਤਰੀਕੇ ਨਾਲ ਚੱਲ ਰਿਹਾ, ਕਿਉਂਕਿ ਅੰਦੋਲਨ ਦੇ ਵਿੱਚ ਜੋਸ਼ ਦੀ, ਨਾਰਿਆਂ ਦੀ ਬੜੀ ਗੱਲ ਹੁੰਦੀ ਹੈ, ਤੇ ਹੁਣ ਗੱਲ ਜਿਹੜੀ ਆ ਅੰਦੋਲਨ ਦੇ ਵਿੱਚ ਉਹ ਪਿਆਰ, ਮੁਹੱਬਤ, ਭਾਈਚਾਰੇ ਦੀ, ਲੰਗਰ ਦੀ, ਇਹ ਜਿਹੜੀ ਸਾਂਝੀ ਵਿਰਾਸਤ ਦੀ ਹੋ ਰਹੀ ਹੈ। ਵਾਟ ਡਸ ਦਿਸ ਸੇ ਅਬਾਊਟ ਅਸ? ਇਹ ਸਾਡੇ ਬਾਰੇ ਕੀ ਕਹਿੰਦਾ? ਵਿਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕਿਸਾਨੀ ਅੰਦੋਲਨ ਬਾਰੇ। ਅੰਦੋਲਨ ਦੇ ਨਾਲ ਜੁੜੇ 3 ਖੇਤੀ ਬਿੱਲ ਵਾਪਸ ਹੋਣਗੇ ਨਹੀਂ ਵਾਲੇ ਸਵਾਲ ਨੂੰ ਛੱਡ ਕੇ ਬਾਕੀ ਦੇ ਵਡੇਰੇ ਸਵਾਲਾਂ ਬਾਰੇ ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਡਾਕਟਰ ਪ੍ਰਮੋਦ ਕੁਮਾਰ ਜੀ। ਡਾਕਟਰ ਪ੍ਰਮੋਦ ਕੁਮਾਰ ਜੀ, ਟੈਲ ਮੀ ਦਿਸ, ਇਜ਼ ਗਾਂਧੀ ਬੈਕ? ਕਿ ਦੇਖੋ, ਨੌਨ ਵਾਇਲੈਂਟ ਜਿਹੜੀ ਮੂਵਮੈਂਟ ਦੇ ਮੁਜੱਸਮੇ ਮਹਾਤਮਾ ਗਾਂਧੀ ਸਨ, ਅਜੇ ਕਿ ਨੌਨ ਵਾਇਲੈਂਟ ਮੂਵਮੈਂਟ ਦੇ ਮੈਨੂੰ ਲੱਗਦਾ ਜਿਹੜੇ ਵੱਡੇ ਮੁਜੱਸਮੇ ਅਸੀਂ ਦੇਖੇ ਉਹ ਸੀ ਮੋਰਚੇ ਦੇਖੇ ਅਕਾਲੀ ਦਲ ਦੇ, ਚਾਹੇ ਗੁਰੂ ਕੇ ਬਾਗ ਦਾ ਮੋਰਚਾ ਹੋਵੇ ਜਾਂ ਨਨਕਾਣਾ ਸਾਹਿਬ ਦਾ ਮੋਰਚਾ, ਜਿੱਥੋਂ ਲੈ ਕੇ ਸਟਾਰਟ ਹੋਏ। ਸਾਡੇ 'ਚੋਂ ਬਹੁਤਿਆਂ ਨੇ ਵਾਈਲ ਵੀ ਵਰ ਗਰੋਇੰਗ ਅਪ, ਅਸੀਂ 60s ਦੀਆਂ ਲਹਿਰਾਂ ਬਾਰੇ ਦੇਖਿਆ। ਗ੍ਰੈਜੂਅਲੀ ਇਸ ਤਰ੍ਹਾਂ ਦਾ ਪ੍ਰਭਾਵ ਬਣਦਾ ਜਾ ਰਿਹਾ ਸੀ ਜਿਵੇਂ ਨੌਨ ਵਾਇਲੈਂਟ ਮੂਵਮੈਂਟਸ ਦਾ ਜ਼ਮਾਨਾ ਚਲਾ ਗਿਆ। ਸਰਕਾਰ ਪੀਸ ਨਿਕਸ ਦੀ ਨਹੀਂ ਸੁਣਦੀ, ਇਹ ਬਾਰਡਰ ਤੇ ਮੋਮਬੱਤੀਆਂ ਜਗਾਉਣ ਜਾਂਦੇ ਹੁੰਦੇ ਨੇ, ਗੱਲਾਂ ਨਾਰਮਲੀ ਚੰਗੀਆਂ ਕਰਦੇ ਨੇ, ਇਹਨਾਂ ਦੀ ਕਦੀ ਸੁਣੀ ਨਹੀਂ ਜਾਂਦੀ। ਇਹ ਬਿਨਾਂ ਗਾਂਧੀ ਲੇਬਲ ਤੋਂ, ਦਿਸ ਇਜ਼ ਗਾਂਧੀ ਬੈਕ ਐਟ ਦਾ ਬਾਰਡਰ, ਇਹਦਾ ਲੇਬਲ ਪੰਜਾਬ ਦਾ ਹੈ, ਇਹਦੇ ਤੇ ਲੇਬਲ ਸਿੱਖੀ ਦੀ ਉਸ ਵਿਰਾਸਤ ਦਾ ਹੈ, ਇਹਦੇ ਤੇ ਲੇਬਲ ਕਿਸਾਨੀ ਸੰਘਰਸ਼ ਦਾ ਹੈ। ਕੀ ਕਿਸਾਨਾਂ ਨੇ ਡੈਮੋਕ੍ਰੈਟਿਕ ਅਪਰਾਈਜ਼ਿੰਗ ਦੀ ਜਾਂ ਸਰਕਾਰਾਂ ਨਾਲ, ਰਿਆਸਤ ਦੇ ਨਾਲ, ਲੋਕਤੰਤਰਿਕ ਢੰਗ ਦੇ ਨਾਲ ਇੱਕ ਇੰਟਰਫੇਸਿੰਗ ਕਰਨ ਦਾ
ਇੱਕ ਨਵਾਂ ਮਾਡਲ ਇਜਾਦ ਕੀਤਾ ਤੇ ਪੂਰੇ ਦੇਸ਼ ਨੂੰ ਇਹ ਸਿਖਾ ਰਹੇ ਨੇ, ਤੇ ਕੀ ਇਹ ਪੋਲੀਟੀਕਲ ਕਲਚਰ ਨੂੰ ਚੇਂਜ ਕਰੇਗਾ? ਸਾਡੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਸਾਡੀਆਂ ਮੀਡੀਏਟਰ ਹੁੰਦੀਆਂ ਸੀ ਰਿਆਸਤ ਦੇ ਨਾਲ, ਕੀ ਉਹ ਇਸ ਤੋਂ ਸਿੱਖ ਕੇ ਵਾਪਸ ਇੰਟਰਫੇਸ ਚੰਗਾ ਬਣਨ ਲਈ ਵਾਪਸ ਆਣਗੀਆਂ? ਵਿਲ ਇਟ ਚੇਂਜ ਦਾ ਪੋਲੀਟੀਕਲ ਕਲਚਰ? ਦੇਖੋ, ਇੱਥੋਂ 3 ਮੈਸੇਜ ਬਿਲਕੁਲ ਕਲੀਅਰ ਆਏ ਨੇ, ਜਿਹੜੇ ਕਿ ਮੈਂ ਸਮਝਦਾ ਕਿ ਜਿਹੜੇ ਅਸੀਂ ਪੜ੍ਹੇ ਲਿਖੇ ਲੋਕ ਹਾਂ ਉਹਨਾਂ ਨੂੰ ਥੋੜਾ ਸਮਝ ਲੈਣ, ਕਿਉਂਕਿ ਇੱਕ ਕਿਸਾਨ ਔਰ ਉਹ ਅੰਦੋਲਨ ਜਿਹੜਾ ਜ਼ਮੀਨ ਨਾਲ ਜੁੜਿਆ ਅੰਦੋਲਨ ਹੈ, ਉਹ ਸਾਨੂੰ ਰਾਜਨੀਤੀ ਦੀ ਬੜੀ ਵੱਡੀ ਸੋਚ ਦੇ ਰਿਹਾ। ਉਹ ਪਹਿਲੀ ਗੱਲ ਇਹ ਕਹਿ ਰਹੇ ਸਾਨੂੰ ਕਿ ਦੇਖੋ, ਇਹ ਰਾਜਨੀਤੀ ਦੇ ਮਸਲੇ ਹੁੰਦੇ ਨੇ, ਇਹ ਮਸਲੇ ਕੋਈ ਲੀਗਲ ਨਹੀਂ ਹੋਇਆ ਕਰਦੇ, ਇਕਨੋਮਿਕ ਨਹੀਂ ਨੇ, ਲੀਗਲ ਇਕਨੋਮਿਕ ਨਹੀਂ ਹੈ, ਲੀਗਲ ਨਹੀਂ ਹੈ, ਇਹਨੂੰ ਬ੍ਰੇਕ ਕਰਕੇ ਨਾ ਦੇਖੋ। ਹਾਂ, ਇਹਨਾਂ 'ਚ ਨਾ ਜਾਓ, ਕਿਉਂਕਿ ਇਹ ਰਾਜਨੀਤੀ ਕਿਹੜੀ ਹੈ, ਜੇ ਲੋਕਾਂ ਦੇ ਨਾਲ ਜੁੜੀ ਹੋਈ ਰਾਜਨੀਤੀ ਹੈ ਤੇ ਉਹਦੇ ਲਈ ਇਹ ਜਿਹੜੇ ਐਕਟ ਨੇ ਸ਼ਾਇਦ ਨਾ ਬਣਦੇ। ਉਹ ਸਾਡੀ ਇਹ ਕਹਿ ਰਹੇ ਨੇ ਵੀ ਲੋਕ, ਤੁਸੀਂ ਰਾਜਨੀਤੀ ਕਿਹੜੀ ਕਰਨੀ ਹੈ ਉਹਦੇ ਬਾਰੇ ਸੋਚ ਲਓ, ਆਪਣੇ ਕਿਹੜੀ ਰਾਜਨੀਤੀ ਨਾਲ ਜੁੜਨਾ ਹੈ ਉਹਦੇ ਬਾਰੇ ਸੋਚ ਲਓ। ਪਹਿਲਾਂ ਤਾਂ ਤੁਹਾਨੂੰ ਇਹ ਉਹਨਾਂ ਨੇ ਲੈਸਨ ਦਿੱਤਾ ਕਿ ਇਹ ਪੋਲਿਟਿਕਸ ਹੋਇਆ ਕਰਦਾ ਹੈ, ਇਹ ਖਾਲੀ ਲੀਗੈਲਿਟੀ ਔਰ ਉਹ ਨਹੀਂ ਹੈਗੀ ਇਕਨੋਮਿਕਸ। ਮੈਂ ਸਮਝਦਾ ਬਹੁਤ ਵੱਡਾ ਮੈਸੇਜ ਹੈ। ਦੂਜਾ, ਇਸ ਨੇ ਦੱਸਿਆ ਕਿ ਨਾਨ ਵਾਇਲੈਂਸ ਜਿਹੜੀ ਹੈ ਇਹ ਹਮੇਸ਼ਾ ਹੀ ਬੜਾ ਪ੍ਰੂਵਨ ਟੈਕਟਿਕਸ ਹੈ ਔਰ ਸਟ੍ਰੈਟਜੀ ਹੈ ਕਿ ਸਟੇਟ ਨੂੰ ਐਮਪਾਵਰ ਨਾ ਕਰਨ ਦੀ। ਥੋੜੇ ਜਿਹੇ ਵਾਇਲੈਂਟ ਹੋ ਜਾਓ, ਸਟੇਟ ਨਾਲ ਹੀ ਐਮਪਾਵਰ ਹੋ ਜਾਂਦੀ ਹੈ। ਸਟੇਟ ਦੀ ਕੈਪੈਸਿਟੀ ਬਰੂਟਲ ਹੁੰਦੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਤੁਹਾਡੇ ਕੋਲ ਕੈਪੈਸਿਟੀ ਨਹੀਂ ਹੈ ਕਿ ਉਹਨੂੰ ਸਸਟੇਨ ਕਰ ਸਕੋ ਵਾਇਲੈਂਟ ਮੂਵਮੈਂਟ ਨੂੰ ਲੰਬੇ ਸਮੇਂ ਤੱਕ। ਬਿਲਕੁਲ, ਇਹਨਾਂ ਨੇ ਲੈਸਨ ਇਹ ਦਿੱਤਾ ਬੜਾ ਔਰ ਪ੍ਰੂਵ ਕੀਤਾ ਇਸ ਲੈਸਨ ਦੇ ਨਾਲ, ਔਰ ਉਹਦੇ ਨਾਲ ਇੱਕ ਡਾਇਲਾਗ ਵੀ ਜਾਰੀ ਰੱਖਿਆ। ਦੇਖੋ, ਇਹਦੇ 'ਚ ਇਹ ਨਹੀਂ ਹੈ ਕਿ ਇਹਨਾਂ ਨੇ ਨਾਨ ਵਾਇਲੈਂਟ ਮੂਵਮੈਂਟ ਕਰਕੇ ਕਿ ਅਸੀਂ ਡਾਇਲਾਗ ਨਹੀਂ ਕਰਾਂਗੇ। ਇੱਕ ਡਾਇਲਾਗ ਵੀ ਚੱਲ ਰਿਹਾ, ਉਹਨਾਂ ਨੇ ਉਸ ਡਾਇਲਾਗ ਨੂੰ ਬਾਈਕਾਟ ਨਹੀਂ ਕੀਤਾ। ਉਹਨਾਂ ਨੇ ਸਟੇਟ ਦੇ ਜਿਹੜੇ ਸਿੰਬਲ ਨੇ 26 ਜਨਵਰੀ ਉਹਨਾਂ ਨੂੰ ਡਿਸਓਨ ਨਹੀਂ ਕੀਤਾ। ਸਟੇਟ ਦੇ ਜਿਹੜੇ ਫਰੀडम ਸਟਰਗਲ ਦੇ ਸਿੰਬਲ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਂਦਾ। ਸਟੇਟ ਹੁੰਦੀ ਕੌਣ ਹੈ? ਤਿਰੰਗੇ ਤੇ ਕਬਜ਼ਾ ਦੱਸਣ ਵਾਲੀ, ਇਹ ਲੋਕਾਂ ਦਾ ਏਜੰਡਾ ਹੈ। ਹਾਂ, ਉਹ ਇਹਨਾਂ ਨੇ ਬਿਲਕੁਲ ਸਾਹਮਣੇ ਲੈ ਕੇ ਆਂਦਾ। ਔਰ ਤੀਸਰੀ ਗੱਲ, ਇਹਨਾਂ ਨੇ ਜਿਹੜੀ ਗੱਲ ਸਾਰਿਆਂ ਅੱਗੇ ਲੈ ਕੇ ਆਂਦੀ ਕਿ ਗੱਲ ਸਾਨਾ ਵੱਡੀ ਹੈ ਡਿਸਟ੍ਰੀਬਿਊਟਿਵ ਜਸਟਿਸ ਦੀ। ਤੁਸੀਂ ਇਹ ਲੌਜਿਕ ਜਿਹੜੇ ਇਕਨੋਮਿਸਟ ਦਿੰਦੇ ਨੇ ਕਿ ਸਾਡੀਆਂ ਮਾਰਕੀਟ ਕਲੌਗ ਹੋ ਗਈਆਂ, ਸਾਡੇ ਕੋਲ ਇੰਨਾ ਅਨਾਜ ਹੈ ਕਿ ਪੁੱਛੋ ਹੀ ਨਾ। ਦੂਜੀ ਗੱਲ, ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ, ਇਸ ਕਰਕੇ ਡਾਇਵਰਸੀਫਾਈ ਕਰ ਲਓ। ਇਹਨਾਂ ਨੇ ਇਹ ਗੱਲ ਪਹੁੰਚਾਤੀ ਉੱਤੇ ਕਿ ਜੇ ਸੋਸ਼ਲ ਡੈਮੋਕ੍ਰੈਟ ਪਾਵਰ 'ਚ ਹੁੰਦੇ ਜਾਂ ਆਣ ਤੇ ਉਹ ਜਿਹੜਾ ਇੱਕ ਮੈਸੇਜ ਲੈ ਕੇ ਜਾਣਗੇ ਇੱਕ ਨਵੀਂ ਪਾਰਟੀ ਦਾ, ਉਹਦੇ 'ਚ ਇਹ ਹੋਏਗਾ ਕਿ ਮਾਰਕੀਟ ਦੀ ਕੈਲਸਨੈਸ ਨੂੰ ਮੋਡਰੇਟ ਕਿੱਦਾਂ ਕਰਨਾ ਹੈ। ਕਿਉਂਕਿ ਸੋਸ਼ਲ ਡੈਮੋਕ੍ਰੈਟ ਥੋੜੀ ਐਕਸਪਲੇਨ ਕਰਦੀ ਹੈ, ਮੈਨੂੰ ਲੱਗਦਾ ਯੂਰਪੀਅਨ ਪੋਲਿਟਿਕਸ 'ਚ ਇਹ ਟਰਮ ਜ਼ਰਾ ਈਜ਼ੀਲੀ ਸਮਝ 'ਚ ਆ ਜਾਂਦੀ ਹੈ। ਵੈਸੇ ਮੋਟੀ ਤੇ ਟ੍ਰਾਂਸਲੇਸ਼ਨ ਹੁੰਦੀ ਹੈ ਵੀ ਚੰਗੇ ਲੋਕ, ਲੋਕਾਂ ਦੇ ਸਰੋਕਾਰਾਂ ਨਾਲ ਜੁੜੇ ਲੋਕ, ਸਮਾਜ ਨੂੰ ਸਮਝਣ ਵਾਲੇ ਲੋਕ। ਸਿਰਫ ਜ਼ਮੀਨ ਦੇ ਵਿੱਚੋਂ ਜ਼ਿਆਦਾ ਪੈਦਾਵਾਰ ਲੈਣੀ ਹੈ ਕਿ ਜ਼ਮੀਨ ਦੇ ਇਸ ਟੁਕੜੇ ਦੇ ਉੱਤੇ ਜ਼ਿਆਦਾ ਲੋਕਾਂ ਦੇ ਬੱਚੇ ਆਪਣੀਆਂ ਜ਼ਿੰਦਗੀਆਂ ਨੂੰ ਜ਼ਿਆਦਾ ਬਿਹਤਰ ਬਣਾ ਸਕਦੇ ਨੇ। ਬਸ ਇਸੇ ਫਰਕ ਦੇ ਵਿੱਚ ਇੰਨਾ ਹੀ ਹੈ। ਇਹ ਸੋਸ਼ਲ ਡੈਮੋਕ੍ਰੇਸੀ, ਇਹ ਸੋਸ਼ਲ। ਔਰ ਇੱਥੇ ਜਿਹੜਾ ਪ੍ਰੂਵ ਕਰਤਾ ਉਹਨਾਂ ਨੇ ਇਹ ਗੱਲ ਕਹਿ ਕੇ ਕਿ ਜਿਹੜੀਆਂ ਅੱਜ ਦੀਆਂ ਰਾਜਨੀਤਿਕ ਦਲ ਨੇ ਉਹਨਾਂ ਨੇ ਅੰਦਰ ਨਹੀਂ ਆਉਣ ਤਾਂ ਲੀਡਰਸ਼ਿਪ ਨਹੀਂ ਦਿੱਤੀ। ਇਹ ਕਹਿ ਕੇ ਇੱਥੋਂ ਸਿੱਧਾ ਮੈਸੇਜ ਇਹ ਹੈ ਕਿ ਇਹਦਾ ਆਲਟਰਨੇਟਿਵ ਵੀ ਸਾਨੂੰ ਲੱਭਣਾ ਚਾਹੀਦਾ ਹੈ। ਤੇ ਮੈਂ ਸਮਝਦਾ ਇਹ ਸਾਡੇ ਲਈ ਬਹੁਤ ਵੱਡਾ ਇੱਕ ਲੈਸਨ ਹੈ ਕਿ ਅਸੀਂ ਇੱਕ ਆਲਟਰਨੇਟ ਰਾਜਨੀਤੀ ਜਿਹਦੇ 'ਚ ਪ੍ਰੋਡਕਸ਼ਨ ਦੇ ਪ੍ਰੋਸੈਸ ਦੀ ਗੱਲ ਨਾ ਕਰੀਏ, ਅਸੀਂ ਲੋਕਾਂ ਨੂੰ ਕਿੱਦਾਂ ਇਨਸਾਫ ਦੇਣਾ ਹੈ, ਕਿੱਦਾਂ ਉਹਨਾਂ ਨੂੰ ਉਹਨਾਂ ਦੇ ਲਿਵਿੰਗ ਕੰਡੀਸ਼ਨ ਨੂੰ ਇੰਪਰੂਵ ਕਰਨਾ ਹੈ, ਉਸ ਤਰ੍ਹਾਂ ਦੀ ਰਾਜਨੀਤੀ ਨੂੰ ਅੱਗੇ ਲੈ ਕੇ ਆਈਏ ਜਿਹੜੀ ਲੋਕਾਂ ਨਾਲ ਜੁੜੀ ਹੋਈ ਰਾਜਨੀਤੀ। ਅਸੀਂ ਹਮੇਸ਼ਾ ਸਮਝਦੇ ਸੀ ਕਿ ਕੁਝ ਵੀ ਹੋਮੋਜੈਨਸ ਨਹੀਂ ਹੁੰਦਾ। ਇੱਕ ਤਾਂ ਮਤਲਬ ਕਿਸਾਨ ਤੇ ਸਰਟਨਲੀ ਕਦੀ ਅਸੀਂ ਹੋਮੋਜੈਨਸ ਟਰਮ ਦੇ ਉੱਤੇ ਨਹੀਂ ਸੋਚੀ ਸੀ। ਫਾਰਮ ਲੇਬਰਰ ਹੁੰਦਾ, ਕਿਸਾਨ ਹੁੰਦਾ, ਕਾਮਾ ਹੁੰਦਾ, ਫਿਰ ਸਮਾਲ ਫਾਰਮਰ ਹੈ, ਮਾਰਜਨਲ ਫਾਰਮਰ ਹੈ, ਵੱਡਾ ਫਾਰਮਰ ਹੈ, ਫਿਰ ਐਂਸੀਲਰੀ ਜੌਬਸ ਵਾਲੇ ਨੇ ਜਿਹੜੇ ਕਿਸਾਨੀ ਧੰਦੇ ਦੇ ਨਾਲ ਜੁੜੇ ਹੋਏ ਨੇ। ਉਸ ਤੋਂ ਬਿਨਾਂ ਫਿਰ ਆੜਤੀ ਹੈ, ਸ਼ਾਹੂਕਾਰ ਹੈ, ਜਿਹਦੀ ਰੂਪਕਾਰੀ ਜਿਹੜੀ ਹੈ ਪੰਜਾਬੀ ਨਾਵਲਾਂ ਕਵਿਤਾਵਾਂ 'ਚ ਬੜੀ ਖਤਰਨਾਕ ਕਿਸਮ ਦੀ ਹੈ। ਨਾਓ ਦੇ ਆਰ ਆਲ ਇਨ ਸੋਲੀਡੈਰਿਟੀ। ਹੁਣ ਉਹ ਸਾਰੇ ਜੁੜ ਕੇ ਉੱਥੇ ਲੜਾਈ ਲੜ ਰਹੇ ਨੇ। ਮਤਲਬ ਦਿੱਲੀ ਦੇ ਬਾਰਡਰ 'ਤੇ ਜਿਸ ਤਰੀਕੇ ਨਾਲ ਲੋਕ ਰਹਿ ਰਹੇ ਨੇ, ਮੈਂ ਕਈ ਵਾਰੀ ਜਿੰਨਾ ਕੁ ਸਮਾਂ ਮੈਂ ਉੱਥੇ ਗੁਜ਼ਾਰਦਾ, ਮਤਲਬ ਜ਼ਿਆਦਾਤਰ ਟਿਕਰੀ ਬਾਰਡਰ ਵਾਲੇ ਪਾਸੇ, ਅਤੇ ਉਹ ਜਦੋਂ ਅਸੀਂ ਕਿਤਾਬਾਂ 'ਚ ਪੜ੍ਹਦੇ ਸੀ ਕਮਿਊਨ ਵਿੱਚ ਕਿਵੇਂ ਰਿਹਾ ਜਾਂਦਾ ਹੈ, ਇੱਕ ਕਮਿਊਨ ਵਿੱਚ ਉੱਥੇ ਉਹ ਰਹਿ ਰਹੇ ਨੇ। ਉਹਦੇ ਸੈਂਸ ਆਫ ਸ਼ੇਅਰਿੰਗ ਇੰਨੀ ਜ਼ਿਆਦਾ ਹੈ। ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਆਲਮੋਸਟ ਮੈਨੂੰ ਲੱਗਦਾ ਇਹੀ ਸ਼ਬਦ ਦੇ ਦੇਣੇ ਚਾਹੀਦੇ ਨੇ ਕਿਉਂਕਿ ਯੂਨੀਵਰਸਿਟੀ ਖੁੱਲ੍ਹੀ ਹੋਈ ਹੈ ਅਤੇ ਉਸ ਯੂਨੀਵਰਸਿਟੀ ਵਿੱਚ ਇਹ ਸਾਰੇ ਪੜ੍ਹ ਰਹੇ ਨੇ ਅਤੇ ਉਹ ਯੂਨੀਵਰਸਿਟੀ ਸਿਆਸਤ ਤੋਂ ਜਾਣੂ ਨਵੀਂ ਕਿਸਮ ਦੇ ਗ੍ਰੈਜੂਏਟ ਪੈਦਾ ਕਰ ਰਹੀ ਹੈ ਜਿਹੜੇ ਇਸ ਸਿਆਸਤ ਦੀਆਂ ਕੁੰਡੀਆਂ ਨੂੰ ਹੁਣ ਸੁਖਾਲੇ ਤਰੀਕੇ ਨਾਲ ਸਮਝ ਗਏ ਨੇ। ਵੰਸ ਇਹ ਸਾਰਾ ਜਿਹੜਾ ਹਜੂਮ ਹੈ ਇਹ ਕਿਸੇ ਨਾ ਕਿਸੇ ਤਰੀਕੇ ਵਾਪਸ ਆਏਗਾ, ਸ਼ਾਇਦ ਲੰਬੇ ਸਮੇਂ ਬਾਅਦ, ਸ਼ਾਇਦ ਜਲਦੀ ਹੀ, ਸ਼ਾਇਦ ਸਰਕਾਰ ਇੱਕ ਵਾਰੀ ਗੋਡੇ ਟੇਕੇ। ਵਾਟ ਆਈ ਵਾਜ਼ ਆਸਕਿੰਗ ਇਜ਼ ਕੀ ਕੁਝ ਬਹੁਤ ਵੱਡਾ ਬਦਲੇਗਾ ਸਾਡੀ ਸਿਆਸਤ ਵਿੱਚ? ਸੈਕੰਡਲੀ ਜਿਹੜਾ ਫੋਕਸ ਆਇਆ
ਲੈਂਡ ਦੇ ਉੱਤੇ, ਐਗਰੀਕਲਚਰ ਦੇ ਉੱਤੇ ਇੱਕ ਇਹ ਵੀ ਤਾਂ ਦਿਖਾ ਰਿਹਾ ਹੈ ਕਿ ਅੱਜ ਨਹੀਂ ਤਾਂ ਕੱਲ ਕਾਰਪੋਰੇਟ ਵਿਲ ਨਾਟ ਗਿਵ ਅਪ ਸੋ ਈਜ਼ੀਲੀ। ਹੋ ਸਕਦਾ ਇਸ ਵਾਰੀ 3 ਖੇਤੀ ਕਾਨੂੰਨ ਨਾ ਲਾਗੂ ਕਰ ਸਕਣ, ਹੋ ਸਕਦਾ ਸੋਧਾਂ ਇੰਨੀਆਂ ਕਰਨੀਆਂ ਪੈ ਜਾਣ ਕਿ ਉਹ ਉਸ ਕੰਮ ਦੇ ਹੀ ਨਾ ਰਹਿਣ ਜਿਸ ਪਰਪਸ ਲਈ ਉਹ ਬਣਾਏ ਗਏ ਸੀ। ਬਟ ਇਵੈਂਚੁਅਲੀ ਐਗਰੀਕਲਚਰ ਤੇ ਉਹਨਾਂ ਦੀ ਅੱਖ ਹੈ ਤੇ ਲੈਂਡ ਇਜ਼ ਦਾ ਨੈਕਸਟ ਬਿਗ ਅਸੈਟ। ਅੱਜ ਕੱਲ 10 ਸਾਲ ਬਾਅਦ 20 ਸਾਲ ਬਾਅਦ ਵੀ ਵਿਲ ਸੀ ਬਲੱਡ। ਅਸੀਂ ਜਿਹੜੀ ਪਹਿਲੇ ਗੱਲ ਕੀਤੀ ਹੈ ਕਿ ਜਿਹੜਾ ਲੈਂਡ ਦਾ ਮਸਲਾ ਸੀ, ਜਿਹੜਾ ਐਗਰੀਕਲਚਰ ਦਾ ਮਸਲਾ ਸੀ, ਇਹ 1980s से ਹੀ ਨਜ਼ਰ ਹੈ ਉੱਥੇ, ਉਦੋਂ ਤੋਂ ਲੈ ਕੇ ਨਜ਼ਰ ਇਸ ਦੇ ਆਰ ਨਾਟ ਗਿਵਿੰਗ ਅਪ, ਦੇ ਆਰ ਨਾਟ ਗਿਵਿੰਗ ਅਪ। ਔਰ ਇਹਦੇ 'ਚ ਜਿਹੜਾ ਤੁਸੀਂ ਸੋਚਿਆ ਵੀ ਲੈਂਡ ਜਿਹੜੀ ਹੈ ਉਹਦੇ ਰਾਹੀਂ ਰਾਜਨੀਤੀ ਕਰਨਾ ਜਾਂ ਉਹਦੇ ਰਾਹੀਂ ਪ੍ਰੋਫਿਟ ਲੈਣਾ, ਇਹ ਜਿਹੜੇ ਕਾਰਪੋਰੇਟ ਹੈ ਜਿੱਥੇ ਪ੍ਰੋਫਿਟ ਹੈ ਉੱਥੇ ਜਾਣਗੇ, ਕੈਪੀਟਲ ਉੱਥੇ ਹੀ ਫਲੋ ਕਰਦਾ। ਹੁਣ ਸਿਰਫ ਮੁੱਦਾ ਜਿਹੜਾ ਮੈਨੂੰ ਲੱਗਦਾ ਇਹਦੇ ਬਾਰੇ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਕਿਸਾਨੀ ਦਾ ਇਹ ਅੰਦੋਲਨ ਸੀ, ਇਹਨੇ ਸਾਨੂੰ ਸਾਰੀ ਪਾਥ ਆਫ ਡਿਵੈਲਪਮੈਂਟ ਵੱਲ ਦੁਬਾਰਾ ਸੋਚਣ ਲਈ ਮਜਬੂਰ ਕੀਤਾ ਹੈ। ਇਹ ਖਾਲੀ ਉਹ ਗੱਲ ਨਹੀਂ ਜਿਹੜਾ ਤੁਸੀਂ ਕਹਿੰਦੇ ਇੱਥੇ ਯੂਨੀਵਰਸਿਟੀ ਬਣ ਗਈ, ਉੱਥੇ ਯੂਨੀਵਰਸਿਟੀ ਬਣ ਗਈ ਸਾਨੂੰ ਐਜੂਕੇਟ ਕਰਨ ਲਈ, ਜਿਹੜੇ ਅਸੀਂ ਆਲਰੇਡੀ ਐਜੂਕੇਟਿਡ ਹਾਂ, ਜਿਹੜੇ ਅਸੀਂ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਉਹ ਤਾਂ ਐਜੂਕੇਟਿਡ ਹੀ ਹੈ। ਨਹੀਂ ਸਮਝ ਤਾਂ ਉਧਰੋਂ ਆ ਰਹੀ ਹੈ, ਸਮਝ ਉਧਰੋਂ ਆ ਰਹੀ ਹੈ। ਅਸੀਂ ਇਧਰੋਂ ਸਮਝ ਭੇਜਦੇ ਸੀ ਮੋਰਚਿਆਂ ਤੇ, ਅਸੀਂ ਉੱਥੋਂ ਸਮਝ ਇਹ ਆ ਰਹੀ ਹੈ ਕਿ ਜਿਹੜਾ ਅਸੀਂ ਰਸਤਾ ਲਿਆ ਕੀ ਉਹ ਸਹੀ ਸੀ ਕਿ ਗਲਤ ਸੀ। ਜਿਹੜਾ ਅਸੀਂ ਰਸਤਾ ਲਿਆ ਡਿਵੈਲਪਮੈਂਟ ਦਾ, ਉਹਦੇ 'ਚ ਕਿਹੜੇ ਬਦਲਾਅ ਆਣੇ ਚਾਹੀਦੇ ਨੇ ਕਿ ਉਹ ਲੋਕ ਪੱਖੀ ਹੋ ਜਾਏ। ਸੋ ਭਾਵੇਂ ਉਹ ਨਹੀਂ ਕਹਿ ਰਹੇ ਪਰ ਇਹ ਮੰਗ ਵਿੱਚ ਹੀ ਸ਼ਾਮਲ ਹੈ ਕਿ ਸਰਕਾਰ ਐਜੂਕੇਸ਼ਨ ਵਿੱਚ ਪੈਸਾ ਲਾਏ, ਸਰਕਾਰ ਸਿਹਤ ਵਿੱਚ ਪੈਸਾ ਲਾਏ, ਸਰਕਾਰ ਲੋਕਾਂ 'ਚ ਪੈਸਾ ਲਾਏ। ਇਹ 3 ਖੇਤੀ ਬਿੱਲਾਂ ਦੇ ਨਾਲ ਇਹ ਮੰਗ ਤਾਂ ਉੱਥੇ ਸ਼ਾਮਲ ਹੈ, ਭਾਵੇਂ ਸਾਨੂੰ ਵੱਡੇ ਰੂਪ 'ਚ ਨਹੀਂ ਦਿਸਦੀ। ਇਹ ਮੈਸੇਜ ਆ ਰਿਹਾ, ਇਹਨਾਂ ਨੇ ਲੌਂਗ ਟਰਮ ਲਈ ਸਾਨੂੰ ਸੋਚਣ ਲਈ ਮਜਬੂਰ ਕਰਤਾ। ਇਹ ਮੂਵਮੈਂਟ ਨੇ ਇਹ ਨਹੀਂ ਅੱਜ ਉਹਦੇ 'ਚ ਐਕਟ ਵਾਪਸ ਹੋ ਜਾਣ ਨਾ ਹੋ ਜਾਣ ਹੈ, ਇਹਨਾਂ ਨੇ ਇੱਕ ਨਵੀਂ ਸੋਚ ਵੱਲ ਇੱਕ ਇਸ਼ਾਰਾ ਕੀਤਾ ਕਿ ਦੇਸ਼ ਦੇ ਜਿਹੜੇ ਸੋਚਣ ਵਾਲੇ ਲੋਕ ਨੇ ਇਸ ਵੱਲ ਸੋਚਣ। ਔਰ ਮੈਂ ਸਮਝਦਾ ਕਿ ਇਹ ਮੂਵਮੈਂਟ ਜਿਹੜੀ ਹੈ ਇਹ ਜੇ ਪਹਿਲੇ ਆਂਦੀ ਸੀ ਉਧਰ ਪਹਿਲੇ ਸੋਚਣ ਲੱਗ ਜਾਂਦੇ। ਇਸ ਕਰਕੇ ਮੈਂ ਤਾਂ ਇਹਨਾਂ ਦਾ ਇਸ ਕਰਕੇ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਨੂੰ ਸਹੀ ਪਾਸੇ ਸੋਚਣ ਲਈ ਇੱਕ ਦਿਸ਼ਾ ਦਿੱਤੀ ਹੈ। ਉਹਦਾ ਨਤੀਜਾ ਕੁਝ ਵੀ ਹੋਏਗਾ ਆਉਣ ਵਾਲੇ ਸਮੇਂ 'ਚ ਉਹ ਦੇਖੋ। ਸਮਨ ਹੈਜ਼ ਟੂ ਵਿਨ ਇਲੈਕਸ਼ਨਸ। ਕਿਸੇ ਨੇ ਚੋਣਾਂ ਵੀ ਤਾਂ ਆਉਣੀਆਂ ਨੇ ਤੇ ਕਿਸੇ ਨੇ ਚੋਣਾਂ ਜਿੱਤਣੀਆਂ ਨੇ ਤੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੋਂ ਤਾਂ ਅਜੇ ਕੋਈ ਸੜਕ ਇਹੋ ਜਿਹੀ ਜਾਂਦੀ ਨਹੀਂ ਦਿਸਦੀ ਜਿੱਥੇ ਜਾ ਕੇ ਚੋਣਾਂ ਜਿੱਤੀਆਂ ਜਾਣ। ਪਰ ਬਿਗ ਟਿਕਟ ਟਾਕਿੰਗ ਪੁਆਇੰਟਸ ਕੀ ਹੋਣਗੇ, ਕਿਉਂਕਿ ਛੇਤੀ ਉਹ ਸਮਾਂ ਵੀ ਆਉਣ ਵਾਲਾ ਹੈ। ਤੁਹਾਨੂੰ ਲੱਗਦਾ ਥੋੜ੍ਹਾ ਜਿਹਾ ਹਿੰਦੂਤਵਾ, ਥੋੜ੍ਹੀ ਜਿਹੀ ਅਪੀਜ਼ਿੰਗ, ਕੁਝ ਫੋਟੋ ਆਪਸ, ਕਾਫੀ ਬੰਦਿਆਂ ਨੂੰ ਵੈਕਸੀਨ ਲੱਗ ਜਾਏਗਾ, ਵੱਡੇ ਲੈਵਲ ਦੇ ਉੱਤੇ ਟੀਕਾਕਰਨ ਹੋ ਜਾਏਗਾ, ਮੋਦੀ ਜੀ ਨੇ ਕਰੋਨਾ ਭਗਾ ਦਿਆ ਵਾਲੇ ਵੀ ਇੱਕ ਨੈਰੇਟਿਵ ਹੋਵੇਗਾ, ਇੱਕ ਬਹੁਤ ਵੱਡਾ ਭਵਯ ਰਾਮ ਮੰਦਿਰ ਬਣ ਜਾਵੇਗਾ ਔਰ ਇਨਸ਼ਾਅੱਲਾ ਜ਼ਰੂਰ ਬਣੇ, ਕਿਉਂ ਨਹੀਂ। ਔਰ ਇੱਕ ਸ਼ਾਨਦਾਰ ਪਾਰਲੀਮੈਂਟ ਵੀ ਬਣ ਜਾਏਗੀ ਜਿੱਥੇ ਮੋਦੀ ਜੀ ਆਈ ਐਮ ਸ਼ੋਰ ਕਿ ਜਾ ਕੇ ਉਵੇਂ ਹੀ ਮੱਥਾ ਟੇਕਣਗੇ ਤੇ ਉਹ ਵੀ ਇੱਕ ਬੜੀ ਜ਼ਬਰਦਸਤ ਫੋਟੋ ਆਪ ਹੋਏਗੀ। ਸ਼ਾਇਦ ਜੋ ਬਾਈਡਨ ਜੀ ਵੀ ਆ ਜਾਣ, ਉਸ ਵੇਲੇ ਤੱਕ ਕਰੋਨਾ ਦਾ ਖਤਰਾ ਨਹੀਂ ਹੋਏਗਾ ਤੇ ਜੱਫੀ ਪਾ ਕੇ ਮਿਲ ਲੈਣਗੇ। ਚਾਚੀ ਕਮਲਾ ਹੈਰਿਸ ਜੀ ਵੀ ਸਾੜੀ ਪਾ ਕੇ ਆ ਜਾਣਗੇ ਤੇ ਭਾਰਤ ਮਹਾਨ ਹੋਗਾ ਤੇ ਇਹਦੇ ਬੇਸਿਸ ਤੇ ਇਲੈਕਸ਼ਨਾਂ ਜਿੱਤੀਆਂ ਜਾਣਗੀਆਂ ਕਿ ਕਿਸਾਨ ਅੰਦੋਲਨ ਨੈਕਸਟ ਇਲੈਕਸ਼ਨਾਂ ਦੇ ਵਿੱਚ ਇੱਕ ਬਿਗ ਟਿਕਟ ਮੁੱਦਾ ਹੋਵੇਗਾ ਐਂਡ ਸਮਬਡੀ ਵਿਲ ਹੈਵ ਟੂ ਪੇ ਦਾ ਪ੍ਰਾਈਸ। ਦੇਖੋ ਗੱਲ ਇਹ ਹੈ ਕਿ ਜਿਹੜੀ ਰਾਜਨੀਤੀ ਹੈ ਤੇ ਜਿਹੜੀ ਇਲੈਕਸ਼ਨ ਦੀ ਰਾਜਨੀਤੀ ਹੈ, ਇਹ ਦੋਨਾਂ ਨੂੰ ਮਿਲਾ ਕੇ ਨਾ ਵੇਖੋ। ਪੁੱਟ ਯੂਰ ਮਨੀ ਵੇਅਰ ਯੂਰ ਮਾਊਥ ਇਜ਼। ਮੈਂ ਇਹ ਕਹਿ ਰਿਹਾ ਕਿ ਜਿਹੜੀ ਰਾਜਨੀਤੀ ਹੈ ਇਹ ਜਿਹੜੀ ਸ਼ੁਰੂਆਤ ਹੋਈ ਹੈ, ਇਹ ਸ਼ੁਰੂਆਤ ਇਹ ਨਹੀਂ ਕਿ ਆਉਣ ਵਾਲੇ ਇਲੈਕਸ਼ਨ 'ਚ ਇਹਦੇ ਤੁਹਾਨੂੰ ਰਿਜ਼ਲਟ ਨਜ਼ਰ ਆ ਜਾਣਗੇ ਕਿ ਆਉਣ ਵਾਲੇ ਇਲੈਕਸ਼ਨ ਬਿਲਕੁਲ ਹੋਰ ਅਲੱਗ ਤਰ੍ਹਾਂ ਦਾ ਆਲਟਰਨੇਟ ਅੱਗੇ ਉਭਰ ਕੇ ਆ ਜਾਏਗਾ। ਮੈਂ ਸਮਝਦਾ ਇਹਨਾਂ ਨੇ ਜਿਹੜੀ ਇੱਕ ਨਰਸਰੀ ਸ਼ੁਰੂ ਕੀਤੀ ਹੈ ਜਿਹਦੇ 'ਚ ਇਸ ਬਾਰੇ ਵਿਚਾਰ ਹੋਣਾ ਪਏਗਾ, ਇੱਕ ਪੈਰਲਲ ਥਾਟ ਅਮਰਜ ਹੋਏਗਾ ਔਰ ਉਹ ਅੱਗੇ ਚੱਲੇਗਾ। ਤੁਸੀਂ ਇਲੈਕਸ਼ਨਾਂ 'ਚ ਇਹਦੇ ਰਿਜ਼ਲਟ ਹਾਲੇ ਨਾ ਸੋਚੋ, ਨਹੀਂ ਜਲਦੀ ਨਾ ਕਰੋ। ਮੈਨੂੰ ਲੱਗਦਾ ਵੀ ਆਪਾਂ ਬਹੁਤੀ ਜਲਦੀ ਕਰ ਜਾਵਾਂਗੇ ਜੇ ਸੋਚਾਂਗੇ ਵੀ ਇਸ ਵਿਚਾਰਧਾਰਾ ਜਿਹੜੀ ਹੁਣ ਅਮਰਜ ਹੋ ਰਹੀ ਹੈ ਉਹ ਆਉਣ ਵਾਲੇ ਇਲੈਕਸ਼ਨ ਓਵਰਆਲ ਅਗਲੀ ਸਿਆਸਤ ਕੌਣ ਕਰੇਗਾ ਉਹਦਾ ਕੋਈ ਇਹ ਫੈਸਲਾ ਸ਼ਾਇਦ ਇੱਥੇ ਅਜੇ ਹਲੇ ਇੰਤਜ਼ਾਰ ਕਰਨਾ ਔਰ ਇਹਦੇ ਬਾਰੇ ਇਹ ਲੰਬੀ ਸਟਰਗਲ ਹੈ। ਬਾਕੀ 3 ਖੇਤੀ ਬਿੱਲ ਵਾਪਸ ਹੋਣਗੇ ਜਾਂ ਨਹੀਂ ਇਹ ਨਹੀਂ ਪਤਾ। ਇੰਨਾ ਪਤਾ ਹੈ ਸ਼ੁੱਕਰਵਾਰ ਨੂੰ ਨੀਦਰਲੈਂਡਸ ਦੇ ਵਿੱਚ ਨੀਦਰਲੈਂਡਸ ਦੇ ਵਿੱਚ ਜਿੱਥੇ ਇੱਕ ਕਾਨੂੰਨ ਬਣਾਏ ਗਏ ਸਨ ਜਿਨ੍ਹਾਂ ਨੇ ਸਾਬਤ ਕੀਤਾ ਸੀ ਕਿ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਬੱਚਿਆਂ ਦੇ ਨਾਮ ਤੇ ਸਬਸਿਡੀਜ਼ ਲਈਆਂ ਨੇ ਬੜੀਆਂ ਗਲਤ ਲਈਆਂ ਨੇ ਤੇ ਕਾਨੂੰਨਨ ਤਰੀਕੇ ਦੇ ਨਾਲ ਹਜ਼ਾਰਾਂ ਡਾਲਰ ਉਹਨਾਂ ਤੋਂ ਜ਼ਬਰਦਸਤੀ ਕਢਵਾ ਲਏ ਗਏ ਸੀਗੇ ਤੇ ਲੋਕ ਉੱਥੇ ਬਹੁਤ ਸਮੇਂ ਤੋਂ ਦੁਖੀ ਸਨ ਤੇ ਸ਼ਿਕਾਇਤ ਕਰ ਰਹੇ ਸਨ। ਅੰਤ ਉਹਨਾਂ ਨੇ ਆਪਣੀ ਇੱਕ ਕਮੇਟੀ ਬਣਾਈ। ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਵੀ ਇਨਕੁਆਇਰੀ ਕੀਤੀ ਤੇ ਪਾਇਆ ਕਿ ਸਰਕਾਰੀ ਨੀਤੀਆਂ ਬਹੁਤ ਘਟੀਆ ਖਤਰਨਾਕ ਸਨ। ਆਮ ਲੋਕਾਂ ਦਾ ਲਹੂ ਪੀਤਾ ਜਾ ਰਿਹਾ ਸੀ ਤੇ ਉਹਨਾਂ ਤੋਂ ਇਹ ਡਾਲਰ ਵਾਪਸ ਲਏ ਜਾ ਰਹੇ ਸਨ ਤੇ ਸਾਈਕਲ ਆਪਣਾ ਉਹਨਾਂ ਨੇ ਕੱਢਿਆ। ਪ੍ਰਧਾਨ ਮੰਤਰੀ ਨੇ, ਮਾਰਕ ਰੁਤੇ ਉਹਨਾਂ ਦਾ ਨਾਮ ਹੈ, ਸ਼ੁੱਕਰਵਾਰ ਨੂੰ ਜਾ ਕੇ ਉਹ ਆਪਣੇ ਦੇਸ਼ ਦੇ ਰਾਸ਼ਟਰਪਤੀ ਜਿਹੜਾ ਉੱਥੇ ਕਿੰਗ ਹੁੰਦਾ ਉਹਦੇ ਕੋਲ ਸਾਈਕਲ ਚਲਾ ਕੇ ਗਏ ਨੇ, ਜਾ ਕੇ ਆਪਣਾ ਅਸਤੀਫਾ ਦਿੱਤਾ ਤੇ ਬਾਹਰ ਆ ਕੇ ਉਹਨਾਂ ਨੇ ਕਿਹਾ
ਕਿ ਜਿਹੜੀਆਂ ਅਸੀਂ ਪਾਲਿਸੀਆਂ ਬਣਾਈਆਂ ਸੀ, ਜਿਹੜੀਆਂ ਮੇਰੇ ਥੱਲੇ ਚੱਲ ਰਹੀਆਂ ਸੀ, ਇਹ ਲੋਕਾਂ ਦਾ ਲਹੂ ਪੀ ਰਹੀਆਂ ਸੀ ਤੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੀਆਂ ਸੀ। ਅਸੀਂ ਸ਼ਰਮਸਾਰ ਹਾਂ, ਇਸ ਕਰਕੇ ਅਸੀਂ ਇਹ ਕਾਨੂੰਨ ਵਾਪਸ ਲੈ ਰਹੇ ਹਾਂ ਤੇ ਹੁਣ ਉਹਨਾਂ ਸਾਰੇ ਪਰਿਵਾਰਾਂ ਨੂੰ ਅਸੀਂ 30,000 ਯੂਰੋਜ਼, 30,000 ਯੂਰੋਜ਼ ਮਤਲਬ ਹੁੰਦਾ ਹੈ $36,000, $36,000 ਲਗਭਗ 26-27 ਲੱਖ ਰੁਪਇਆ ਹੋ ਗਿਆ। ਤੁਸੀਂ ਬਾਕੀ ਦਾ ਅੰਦਾਜ਼ਾ ਲਗਾ ਲੈਣਾ। ਸਰਕਾਰਾਂ ਜਦੋਂ ਪਾਲਿਸੀਆਂ ਵਾਪਸ ਲੈਂਦੀਆਂ ਨੇ, ਜੇ ਲੋਕਾਂ ਦੀ ਸੋਚਣ ਤਾਂ ਫਿਰ ਲੈ ਵੀ ਲੈਂਦੀਆਂ ਨੇ, ਤੇ ਜੇ ਅੜ ਜਾਣ ਤੇ ਫਿਰ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਉੱਤੇ ਸਾਡੇ ਯੋਧਿਆਂ ਦੇ ਨਾਲ ਉਹਨਾਂ ਨੂੰ ਖਹਿਣਾ ਪੈਂਦਾ। ਅੰਦੋਲਨ ਦੇ ਵਿੱਚ ਅੱਗੇ ਕੀ ਹੋਵੇਗਾ, ਵਿਲ ਬੀ ਵਿਦ ਯੂ। ਅੱਜ ਲਈ ਨਹੀਂ, ਧੰਨਵਾਦ, ਤੇਰਾ ਬਰਾਖਾ।